ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਜਨਵਰੀ ਦਿਨ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਰਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਉੱਤੇ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ ਨੇ ਹੁਣ ਚਿੰਤਾ ਜਤਾਈ ਹੈ। ਹਾਂਜੀ, ਦੇਖੋ ਅੱਜ ਸੁਣਵਾਈ ਹੋਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਤੇ ਵੈਸੇ ਤਾਂ ਕੋਈ ਵੱਡੀ ਸੁਣਵਾਈ ਨਹੀਂ ਹੋਈ, ਛੋਟੀ ਸੁਣਵਾਈ ਸੀ, ਸੰਖੇਪ ਦੇ ਵਿੱਚ ਹੀ ਸੀਗੀ। ਪਰ ਜੋ ਚਿੰਤਾ ਦੀ ਗੱਲ ਤੁਸੀਂ ਕੀਤੀ ਆ, ਉਹਦੇ ਵਿੱਚ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਦੇਖੋ ਅਸੀਂ ਚਾਹੁੰਦੇ ਸੀ ਕਿ ਗੱਲਬਾਤ ਨਾਲ ਇਹ ਵਿਵਾਦ ਦੂਰ ਹੋਵੇ, ਪਰ ਇੰਨੇ ਦਿਨਾਂ ਤੋਂ ਕੋਈ ਇਸ ਮਾਮਲੇ ਦੇ ਵਿੱਚ ਡਿਵੈਲਪਮੈਂਟ ਨਹੀਂ ਹੈ। ਸੋ ਇਹ ਕਿਤੇ ਨਾ ਕਿਤੇ ਚਿੰਤਾ ਵਾਲੀ ਗੱਲ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਪਹਿਲਾਂ ਸੁਣਵਾਈ ਸ਼ੁਰੂ ਹੋਈ ਸੀਗੀ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਮਹੀਨੇ, ਤਾਂ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਸਨ। ਤਾਂ ਸੁਪਰੀਮ ਕੋਰਟ ਨੇ ਇਹੀ ਵਿਸ਼ ਕੀਤਾ ਸੀਗਾ ਕਿ ਹੋ ਸਕਦਾ ਵੀ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੱਲ ਨਿਕਲ ਆਵੇ, ਪਰ ਛੁੱਟੀਆਂ ਖਾਤਮੇ 'ਤੇ ਹੋ ਗਈਆਂ। ਬਾਵਜੂਦ ਇਸ 'ਤੇ ਉਹ ਰੇੜਕਾ ਜਿਉਂਦਾ ਤਿਉਂ ਹੀ ਰਿਹਾ। ਤਾਂ ਹੁਣ ਛੁੱਟੀਆਂ ਤੋਂ ਬਾਅਦ ਜਿਉਂ ਹੀ ਸੁਪਰੀਮ ਕੋਰਟ ਨੇ ਇਹ ਸੁਣਵਾਈ ਮੁੜ ਆਰੰਭੀ, ਤਾਂ ਉਹਨਾਂ ਨੇ ਉਹ ਜਿਹੜਾ ਇੱਕ ਕਹਿ ਲਓ ਕਿ ਗੱਲ ਢੀਂਗੇ ਪਈ ਹੋਈ ਆ, ਉਹ ਫਿਰ ਉਹੀ ਖੇਡ ਉੱਥੇ ਹੀ ਦੇਖਿਆ। ਤਾਂ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ, ਸ਼ਾਇਦ ਉਸ ਲਹਿਜ਼ੇ ਦੇ ਨਾਲ ਹੀ ਕੀਤੀ ਹੈ ਜੋ ਲਹਿਜ਼ਾ ਉਹਨਾਂ ਦਾ ਪਿਛਲੀ ਮਰਤਬਾ ਸੀ। ਕਿਉਂਕਿ ਦੇਖੋ ਹਾਲ ਦੀ ਘੜੀ ਉੱਥੇ ਕਿਸਾਨਾਂ ਨੇ ਤਾਂ ਕੋਈ ਆਪਣਾ ਪੱਖ ਨਹੀਂ ਰੱਖਿਆ, ਪਰ ਕੇਂਦਰ ਸਰਕਾਰ ਨੇ ਜਿੰਨਾ ਵੀ ਪੱਖ ਰੱਖਿਆ, ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਜਦ ਤੱਕ ਗੱਲਬਾਤ ਤੁਹਾਡੇ ਨੇਪਰੇ ਨਹੀਂ ਚੜ੍ਹ ਜਾਂਦੀ, ਉਦੋਂ ਤੱਕ ਮਾਹੌਲ ਨੂੰ ਸਾਜ਼ਗਾਰ ਬਣਾਉਣ ਵਾਸਤੇ ਕਿਉਂ ਨਾ ਇਸ ਤਰ੍ਹਾਂ ਕੀਤਾ ਜਾਵੇ ਕਿ ਤੁਸੀਂ ਕਾਨੂੰਨਾਂ ਨੂੰ ਹੋਲਡ ਕਰ ਲਓ। ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਸੁਪਰੀਮ ਕੋਰਟ ਨੂੰ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਅਸੀਂ ਪੁੱਛਾਂਗੇ ਫਿਰ ਹੀ ਕੋਈ ਅਸੀਂ ਅਦਾਲਤ ਦੇ ਨਾਲ ਕੋਈ ਵਾਅਦਾ ਕਰ ਸਕਦੇ ਹਾਂ। ਤਾਂ ਉਹ ਤਾਂ ਮੇਰੇ ਖਿਆਲ ਦੇ ਨਾਲ ਐਤਕੀ ਨਾ ਸੁਪਰੀਮ ਕੋਰਟ ਨੇ ਪੁੱਛਿਆ ਤੇ ਨਾ ਹੀ ਉਹਨਾਂ ਨੇ ਦੱਸਿਆ। ਪਰ ਨਾਲ ਇਹ ਜ਼ਰੂਰ ਕਿਹਾ ਕੇਂਦਰ ਨੇ ਕਿ ਦੇਖੋ ਜੀ ਅਸੀਂ ਗੱਲਬਾਤ ਕਰ ਰਹੇ ਹਾਂ, ਮਤਲਬ ਕਿ ਫਿਰ ਹਵਾਲਾ ਦਿੱਤਾ ਹੋਣਾ ਕਿ ਇੱਕ ਮੀਟਿੰਗ ਸਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੀ ਆ। ਪਰ ਜੋ ਪਿਛਲੀ ਸੁਣਵਾਈ 'ਤੇ ਹੋਇਆ ਸੀਗਾ ਕਿ ਜਿਹੜੀਆਂ ਕਿਸਾਨ ਧਿਰਾਂ ਨੇ ਉਹਨਾਂ ਨੂੰ ਵੀ ਸੱਦਿਆ ਜਾਵੇ, ਉਹਨਾਂ ਦਾ ਵੀ ਜਵਾਬ ਸੁਣਿਆ ਜਾਵੇ, ਤਾਂ ਉਹ ਹਾਲੇ ਤੱਕ ਮੇਰੇ ਖਿਆਲ ਦੇ ਨਾਲ ਪ੍ਰਕਿਰਿਆ ਜਿਹੜੀ ਉਹ ਨੇਪਰੇ ਨਹੀਂ ਚੜ੍ਹੀ ਹੈ। ਤਾਂ ਹੁਣ ਦੂਜੇ ਪਾਸੇ ਜਿਹੜੀ ਗੱਲ ਵੇਖਣ ਵਾਲੀ ਹੈ ਕਿ ਇਹ ਜ਼ਰੂਰ ਕਿਹਾ ਗਿਆ ਕਿ ਜਿਹੜਾ ਇਹ ਐਜੂਕੇਸ਼ਨ ਆ, ਉਸ ਐਜੂਕੇਸ਼ਨ ਦੇ ਵਿੱਚ ਕੋਈ ਜਦੋਂ ਤੱਕ ਕੋਈ ਡੈਮੇਜ ਨਹੀਂ ਕਰਦਾ ਪ੍ਰੋਪਰਟੀ ਨੂੰ, ਮਤਲਬ ਕਿ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਕਿਸੇ ਨੂੰ, ਉਦੋਂ ਤੱਕ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਇਸ ਐਜੂਕੇਸ਼ਨ 'ਚ। ਇਹ ਹੁਣ ਸਭ ਤੋਂ ਅਹਿਮ ਗੱਲ ਹੈ, ਸਮਝਣ ਵਾਲੀ ਗੱਲ ਆ ਕਿ ਕੇਂਦਰ ਸਰਕਾਰ, ਸੁਪਰੀਮ ਕੋਰਟ ਜਾਂ ਜਿਹੜੀਆਂ ਜਥੇਬੰਦੀਆਂ ਉਹ ਬੇਸ਼ੱਕ ਆਪ ਵਿਰੋਧੀ ਧੁਰਿਆਂ 'ਤੇ ਖੜੀਆਂ ਨੇ, ਕੋਈ ਉਸ ਧੁਰੇ 'ਤੇ ਆ, ਕੋਈ ਉਸ ਧੁਰੇ 'ਤੇ ਆ, ਪਰ ਜੋ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ, ਜੋ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲਾਂ ਹੋ ਜਾਣਾ ਚਾਹੀਦਾ, ਉਹਦੇ 'ਤੇ ਕੋਈ ਗੱਲ ਨਹੀਂ ਹੈ। ਮਤਲਬ ਇਹ ਆ ਕਿ ਜੋ ਕਾਨੂੰਨ ਬਣੇ ਆ, ਜੋ ਉਹਨਾਂ ਦੀ ਵਾਜਬੀਅਤ ਚੈੱਕ ਕੀਤੀ ਜਾਣੀ ਹੈ ਸੁਪਰੀਮ ਕੋਰਟ ਵੱਲੋਂ। ਹਾਲਾਂਕਿ ਮੈਂ ਤੁਹਾਨੂੰ ਅਪਡੇਟ ਕਰ ਦੇਵਾਂ ਕਿ ਅੱਜ ਦੇਰ ਸ਼ਾਮ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਹਾਂ।
ਇਹਨਾਂ ਕਾਨੂੰਨਾਂ ਦੇ ਵਰਖਲਾਫ। ਹਾਲਾਂਕਿ ਰਾਜੇਵਾਲ ਸਾਹਿਬ ਬੋਲੇ ਸੀਗੇ ਕਿ ਅਸੀਂ ਇਸੇ ਕਰਕੇ ਨਹੀਂ ਜਾ ਰਹੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੰਮ ਖਰਾਬ ਕਰ ਦਿੱਤਾ, ਉਹਨਾਂ ਨੇ ਐਕਸਕਿਊਜ਼ ਦਿੱਤੇ ਸੀਗੇ ਉਸ ਮਾਮਲੇ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਮੂਵ ਹੋ ਰਹੇ ਹਾਂ। ਇਹ ਇੱਕ ਵੱਡੀ ਖਬਰ ਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੁਆ ਕਿ ਇਹ ਜ਼ਰੂਰ ਚੈੱਕ ਹੋ ਜਾਣਾ ਚਾਹੀਦਾ ਸੀ, ਬਹੁਤ ਜਲਦੀ ਚੈੱਕ ਹੋ ਜਾਂਦਾ, ਚਾਹੇ ਉਹ ਕਿਉਂਕਿ ਕਿਸੇ ਦੀ ਵੀ ਪਟੀਸ਼ਨ ਤੇ ਖਾਸੀਆਂ ਪਟੀਸ਼ਨਾਂ ਨੇ ਵੈਸੇ, ਚਾਹੇ ਉਹ ਕਿਸੇ ਦੀ ਪਟੀਸ਼ਨ ਤੇ ਵੀ ਸੁਣਵਾਈ ਹੁੰਦੀ ਤਾਂ ਇਹ ਚੈੱਕ ਜ਼ਰੂਰ ਹੋ ਜਾਣਾ ਚਾਹੀਦਾ ਸੀਗਾ ਕਿ ਹਾਂ ਭਾਈ ਇਹ ਸਭ ਕੁਝ ਠੀਕ ਹੈ ਜਾਂ ਨਹੀਂ। ਕਿਉਂਕਿ ਇਸ ਕਾਨੂੰਨ ਦੇ ਵਿੱਚ ਸਭ ਤੋਂ ਵੱਡਾ ਜੇ ਦੇਖੀਏ ਤਾਂ ਰੌਲਾ ਹੀ ਇਹ ਆ ਕਿ ਕਰੋਨਾ ਕਾਲ ਦੀ ਆੜ ਦੇ ਵਿੱਚ ਜੋ ਸਟੇਟ ਸਬਜੈਕਟ ਸੀਗਾ, ਯਾਨੀ ਫੈਡਰਲ ਸਿਸਟਮ ਦੇ ਵਿੱਚ ਜਿਹੜਾ ਇੱਕ ਬਹੁਤ ਮਹੱਤਵਪੂਰਨ ਅੰਗ ਹੁੰਦਾ ਹੈ ਕਿ ਸਟੇਟ ਦੇ ਜਿਹੜੇ ਅਧਿਕਾਰ ਵੱਖਰੇ, ਤਾਂ ਉਸ ਅੰਗ ਨੂੰ ਕਿਤੇ ਨਾ ਕਿਤੇ ਛਿੱਲਿਆ ਗਿਆ। ਔਰ ਇਹਦਾ ਫੈਸਲਾ ਸੁਪਰੀਮ ਕੋਰਟ ਹੀ ਕਰ ਸਕਦਾ, ਕਿਉਂਕਿ ਦੇਖਣਾ ਪਵੇਗਾ ਤੁਹਾਨੂੰ 246 ਦਾ ਜਿਹੜਾ ਆਰਟੀਕਲ ਹੈ, ਜਿਵੇਂ ਉਹ ਸੂਚੀ ਨੂੰ ਅੱਗੇ ਕਰਦਾ, 7ਵੀਂ ਸੂਚੀ ਨੂੰ ਹੋਂਦ ਦੇ ਵਿੱਚ ਲਿਆਉਂਦਾ ਤਾਂ ਉਹਦੇ 'ਚ ਐਂਟਰੀਆਂ ਨੇ 33 ਐਂਟਰੀ ਜਿਹੜੀ ਹੈ ਉਹ ਕਨਕਰੈਂਟ ਲਿਸਟ ਦੀ ਐਂਟਰੀ, ਉਹਦੇ ਵਿੱਚ ਜਿਸ ਤਰ੍ਹਾਂ ਕਾਨੂੰਨ ਬਣਿਆ ਕਿ ਉਹ ਜਾਇਜ਼ ਹੈ ਜਾਂ ਨਜਾਇਜ਼ ਆ, ਇਹ ਸੋਚਣ ਵਾਲੀ ਗੱਲ ਹੈ। ਪਰ ਮੇਰਾ ਉਹਦੇ ਤੇ ਪੁਆਇੰਟ ਆਫ ਵਿਊ ਇਹ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਦੇਖੋ ਟ੍ਰੇਡ ਐਂਡ ਕਮਰਸ ਦੇ ਵਿੱਚ ਅਸੀਂ ਬਣਾ ਸਕਦੇ ਹਾਂ ਕਾਨੂੰਨ, ਔਰ ਦੋਨੇ ਜਦ ਕਾਨੂੰਨ ਬਣਾ ਦਿੰਦੇ ਆ ਤਾਂ ਉਸ ਸੂਰਤ ਦੇ ਵਿੱਚ ਕੇਂਦਰ ਵੱਲੋਂ ਬਣਾਇਆ ਕਾਨੂੰਨ ਬਹਾਲ ਰਹੇਗਾ, ਪ੍ਰਵੇਲ ਕਰੇਗਾ। ਪਰ ਸਭ ਤੋਂ ਵੱਡੀ ਗੱਲ ਤਾਂ ਇਹੋ ਆ ਨਾ ਕਿ ਉਹਦੇ 'ਚ ਤੁਸੀਂ ਜਿਹੜੇ ਹੈਗੇ ਖਾਦ ਪਦਾਰਥ ਕਹਿੰਦੇ ਹੋ, ਖਾਦ ਪਦਾਰਥ ਉਹਦੇ ਵਿੱਚ ਤੁਸੀਂ ਸਾਰੇ ਹੀ ਪਾ ਲਏ। ਜਦ ਖਾਦ ਪਦਾਰਥਾਂ ਦੇ ਵਿੱਚ ਤੁਸੀਂ ਖੇਤੀ ਦੀਆਂ ਸਾਰੀਆਂ ਫਸਲਾਂ ਇਨਕਲੂਡ ਕਰ ਲਓਗੇ ਤਾਂ ਫਿਰ ਖੇਤੀ ਸਟੇਟ ਸਬਜੈਕਟ ਦਾ ਜੇ ਸੰਵਿਧਾਨਕ ਤੌਰ ਤੇ ਵੇਖੋਗੇ ਤਾਂ ਵਜੂਦ ਹੀ ਕੀ ਰਹਿ ਜਾਏ। ਸਮਝ ਗਏ ਨਾ ਤੁਸੀਂ ਕਿ ਫਿਰ ਖੇਤੀ ਸਟੇਟ ਸਬਜੈਕਟ 'ਚ ਹੋਵੇ ਜਾਂ ਨਾ ਹੋਵੇ, ਉਹਦੀ ਸੰਵਿਧਾਨਕ ਵੈਲਿਊ ਕੀ ਆ, ਸੁਪਰੀਮ ਕੋਰਟ ਨੂੰ ਇਹਦੀ ਵਿਆਖਿਆ ਕਰਨੀ ਪਊਗੀ ਸਭ ਤੋਂ ਪਹਿਲਾਂ ਤਾਂ। ਕਿ ਜੇ ਆਪਾਂ ਤੁਸੀਂ ਸਮਝ ਗਏ ਹੋਗੇ ਗੱਲ ਕਿ ਖੇਤੀ ਸਟੇਟ ਸਬਜੈਕਟ ਹੈ, ਪਰ ਉਹਦੇ ਨਾਲ ਜੁੜੀਆਂ ਸਾਰੀਆਂ ਵਸਤੂਆਂ, ਹੁਣ ਖਾਣ ਪੀਣ ਦੇ ਵਿੱਚ ਜੇ ਤੁਸੀਂ ਸਾਰੀਆਂ ਫਸਲਾਂ ਹੀ ਪਾ ਲਈਆਂ, ਟਮਾਟਰ ਤੋਂ ਲੈ ਕੇ ਮੋਟੇ ਅਨਾਜ ਤੱਕ, ਤੇ ਫਿਰ ਉਹ 7ਵੀਂ ਸੂਚੀ ਦੇ ਵਿੱਚ ਰਾਜਾਂ ਦਾ ਵਿਸ਼ਾ ਰਹਿ ਹੀ ਕੀ ਗਏ, ਉਹਦੇ ਵਿੱਚ ਕੱਖ ਵੀ ਨਹੀਂ ਰਹਿ ਗਿਆ ਉਹਦੇ ਵਿੱਚ। ਸੋ ਆਹ ਰੌਲਾ ਹੈ ਉਹਦਾ ਕਨਕਰੈਂਟ ਲਿਸਟ ਦਾ, ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਿਆ ਵਾ। ਪਰ ਇਹ ਹੱਲ ਹੋਵੇ, ਇਹਦਾ ਕਿਤੇ ਨਾ ਕਿਤੇ ਵਿਆਖਿਆ ਵਾਲਾ ਕੰਮ ਨਿਬੜੇ ਤਾਂ ਹੀ ਪਤਾ ਲੱਗੂਗਾ। ਹਾਲ ਦੀ ਘੜੀ ਦੂਜੀਆਂ ਚੀਜ਼ਾਂ ਤੇ ਮਾਮਲਾ ਤਾਂ ਚੱਲੀ ਜਾਂਦਾ, ਇੱਧਰ ਗੱਲਬਾਤ ਚੱਲੀ ਜਾਂਦੀ, ਉੱਧਰ ਐਜੀਟੇਸ਼ਨ ਚੱਲੀ ਜਾਂਦਾ, ਇੱਧਰ ਸੁਣਵਾਈ ਚੱਲੀ ਜਾਂਦੀ, ਸੁਪਰੀਮ ਕੋਰਟ ਦੀ ਪੋਲੇ ਸੁਣਵਾਈ ਕਰੀ ਜਾਂਦੀ ਹੈ। ਹੁਣ ਕਹਿੰਦੇ ਜੀ 11 ਨੂੰ ਆਪਾਂ ਫੇਰ ਕਰ ਲਾਂਗੇ, ਜੇ ਤੁਹਾਡਾ ਕੋਈ ਨਿਬੜਾ ਹੋ ਗਿਆ ਤੇ ਆਪਾਂ ਮੁਲਤਵੀ ਕਰ ਦੇਵਾਂਗੇ। ਮਤਲਬ ਉਹ ਨਹੀਂ ਕਰ ਰਹੇ। ਮੈਂ ਜਿਵੇਂ ਕਿਹਾ ਕਿ ਵਿਆਖਿਆ ਜ਼ਰੂਰੀ ਹੈ ਕਿ ਹਾਂ ਭਾਈ ਇਹਦੀ ਵਾਜਬੀਅਤ ਜਿਹੜੀ ਆ ਉਹ ਚੈੱਕ ਕਰਕੇ ਦੱਸਿਆ ਜਾਵੇ ਕਿ ਕੀ ਆ ਮਾਮਲਾ, ਜਾਇਜ਼ ਹੈ ਜਾਂ ਨਜਾਇਜ਼ ਆ। ਪਰ ਬਹਰਹਾਲ ਕੁਝ ਮਾਮਲੇ ਤੁਸੀਂ ਦੇਖ ਸਕਦੇ ਹੋ ਪਾਸਟ ਦੇ ਵਿੱਚ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਵੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਇੱਥੇ ਵੀ ਗੱਲ ਹਾਲੇ ਬਣਦੀ ਨਜ਼ਰ ਨਹੀਂ ਆਉਂਦੀ। ਉਦਾਹਰਨ ਦੇ ਤੌਰ ਤੇ ਜੰਮੂ ਕਸ਼ਮੀਰ ਦਾ ਮਸਲਾ, ਉਹ ਵੀ ਸੁਪਰੀਮ ਕੋਰਟ ਦੇ ਵਿੱਚ 1-2 ਸੁਣਵਾਈਆਂ ਹੋਈਆਂ। ਫਿਰ ਤੋਂ ਇਲਾਵਾ ਤੁਸੀਂ ਦੇਖੋਗੇ ਤਾਂ RTI ਵਾਲਾ ਮਸਲਾ ਬੜਾ ਮਹੱਤਵਪੂਰਨ ਮਸਲਾ, RTI ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਗਿਆ, ਉਹ ਜਿਹੜੇ ਅਮੈਂਡਮੈਂਟ ਸੀ ਉਹਨਾਂ ਨੂੰ ਚੈਲੰਜ ਕੀਤਾ ਗਿਆ। ਹਾਲੇ ਵੀ ਮੇਰੇ ਖਿਆਲ ਦੇ ਨਾਲ 1-2 ਸੁਣਵਾਈਆਂ ਤੋਂ ਬਾਅਦ ਗੱਲ ਉੱਥੇ ਦੀ ਉੱਥੇ ਆ। ਫਿਰ ਤੁਸੀਂ ਟ੍ਰਿਪਲ ਤਲਾਕ ਵਾਲਾ ਦੇਖ ਲਓ ਕਿ ਦੀਵਾਨੀ ਤੋਂ ਕਿਸ ਤਰ੍ਹਾਂ ਕ੍ਰਿਮੀਨਲਾਈਜ਼ ਕਰ ਦਿੱਤਾ ਗਿਆ ਉਸ ਸਾਰੇ ਮਾਮਲੇ ਨੂੰ, ਤਾਂ ਉਹਨੂੰ ਵੀ ਚੈਲੰਜ ਕੀਤਾ ਗਿਆ, ਉਹ ਵੀ ਉੱਥੇ ਹੀ ਆ। ਹੁਣ ਫਾਰਮਰ ਲਾ ਜਿਹੜੇ ਆ ਉਹਨਾਂ ਨੂੰ ਵੀ ਚੈਲੰਜ ਕੀਤਾ, ਉਹ ਵੀ ਉਸੇ ਸੂਚੀ ਦੇ ਵਿੱਚ ਪਿੱਛੇ ਜੇ ਜਾ ਕੇ ਖਲੋ ਗਏ ਕੱਚਾ ਝੱਟ ਦੇ ਕੇ। ਜੀ ਜੀ ਬਿਲਕੁਲ। ਇਹ ਤਾਂ ਹੁਣ ਵਾਕਿਆ ਜੁਡੀਸ਼ਰੀ ਦੇ ਉੱਤੇ ਵੀ ਕਈ ਸਵਾਲ ਨੇ ਅਤੇ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਆ ਉਹ ਕੀ ਆ। ਅਤੇ ਆਪਾਂ ਦੇਖਿਆ ਵੀ ਜਦੋਂ ਗੋਸਵਾਮੀ ਦਾ ਮਸਲਾ ਸੀ ਤਾਂ ਕਿੱਡੀ ਜਲਦੀ ਹਰਕਤ ਦੇ ਵਿੱਚ ਜੁਡੀਸ਼ਰੀ ਜਿਹੜੀ ਉਹ ਵੀ ਆ ਗਈ ਸੀ। ਗੋਸਵਾਮੀ ਨੂੰ ਤਾਂ ਇਹੀ ਕਹਿਤਾ ਕਿ ਗੋਸਵਾਮੀ ਕਰੇ, ਗੋਸਵਾਮੀ ਜਾਓ, ਗੋ ਹੋ ਜਾਓ। ਅਗਲੀ ਮਿੰਟੂ ਜੀ ਗੱਲ ਕਰੀਏ ਮੌਸਮ ਦੇ ਵਿੱਚ ਬਹੁਤ ਖਰਾਬੀ ਜਿਹੜੀ ਇਸ ਟਾਈਮ ਬਾਰਡਰ ਦੇ ਉੱਤੇ ਦਿੱਲੀ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਪਰ ਇਸ ਮੁਸੀਬਤ ਭਰੇ ਮੌਸਮ ਦੇ ਵਿੱਚ ਵੀ ਕਿਸਾਨ ਲਗਾਤਾਰ ਡਟੇ ਹੋਏ ਨੇ। ਹਾਂਜੀ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਮੌਸਮ ਜਿਹੜਾ ਹੈ ਵਾਕਿਆ ਹੀ ਬਹੁਤ ਜ਼ਿਆਦਾ ਇਮਤਿਹਾਨ ਲੈ ਰਿਹਾ। ਉੱਥੇ ਜਦੋਂ ਕੋਈ ਕੈਮਰੇ ਵਾਲੇ ਜਾਂਦੇ ਆ, ਮੀਡੀਆ ਵਾਲੇ ਜਾਂਦੇ ਆ ਤਾਂ ਕਈ ਵਾਰ ਜਦੋਂ ਬੋਲਦੇ ਆ, ਕਿਉਂਕਿ ਕਿਸਾਨ ਜਿਹੜੇ ਬੜੇ ਸਿੱਧੇ ਸਾਦੇ ਹੁੰਦੇ ਆ, ਉਹ ਕਹਿੰਦੇ ਕਿ ਰੱਬ ਵੀ ਯਾਰ ਸਾਡਾ ਇਮਤਿਹਾਨ ਲੈਣ ਡਿਆ। ਕਈ ਵਾਰ ਤਾਂ ਕਿਹਾ ਜੱਟ ਤੁਹਾਨੂੰ ਪਤਾ ਹੀ ਹੈ ਕਹਿ ਹੀ ਦਿੰਦਾ ਕਿ ਰੱਬ ਵੀ ਵੈਰੀ ਹੋ ਗਿਆ, ਜੱਗ ਵੀ ਵੈਰੀ, ਰੱਬ ਵੀ ਵੈਰੀ, ਸਰਕਾਰ ਵੀ ਵੈਰੀ, ਕੁਛ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਤਲਖੀਆਂ ਹੁੰਦੀਆਂ। ਉਹ ਕਹਿੰਦੇ ਕਿ ਹੁਣ ਪਰਮਾਤਮਾ ਵੀ ਸਾਡਾ ਇਮਤਿਹਾਨ ਲੈ ਰਿਹਾ ਵਾ।
बहरहाल देखो इम्तिहान ही आ, क्योंकि अज उस इलाके दे विच, दिल्ली इलाके दे विच दसदे आ कि थोड़ी गड़ेमारी भी हुई है। जो गड़े पैंदे तुहानूं पता ही है कि किस तरह ठंड जिहड़ी आ हड्डां नूं चीरदी आ। वाकई मींह अज फिर पै गया सवेरे, ते शाम नूं तां मैनूं लगदा कि अज थोड़ी राहत मिली आ। ते कल दा जिहड़ा फोरकास्ट आ वो दस्सिया जांदा कि ठीक ठाक आ। तां ही इन्हां ने कल नूं ट्रैक्टर मार्च कढना है ना, ਉਹਦਾ प्रोग्राम वैसे आ गया, खासा लंबा चौड़ा प्रोग्राम आ। ਜੇ ਤੁਸੀਂ ਦੇਖੋਗੇ ਤਾਂ ਉਹ ਤਿੰਨ ਜੀ ਚਾਰ ਬਾਰਡਰਾਂ ਤੋਂ ਤੁਰਨਾ ਸਾਰਾ ਟਰੈਕਟਰਾਂ ਦਾ ਕਾਫਲਾ। ਸਾਡੇ ਸ਼ਹਿਰ ਦੇ ਵਿੱਚ ਤੇ ਅੱਜ ਕੱਢਿਆ ਵੀ ਗਿਆ, ਕਾਫੀ ਵੱਡਾ ਕਾਫਲਾ ਕੱਢਿਆ ਜੀ ਇੱਥੇ, ਕਿਉਂਕਿ ਸਪੋਰਟ ਕਰ ਰਹੇ ਆ ਨਾ ਪੰਜਾਬ ਦੇ ਕਿਸਾਨ ਜਿਹੜੇ ਪੰਜਾਬ ਦੇ ਵਿੱਚ ਆ, ਤਾਂ ਉਹ ਸਪੋਰਟ ਕਰ ਰਹੇ ਆ। ਤਾਂ ਮਲੋਟ ਦੇ ਵਿੱਚ ਬਹੁਤ ਵੱਡਾ ਕਾਫਲਾ ਕੱਢਿਆ ਗਿਆ ਅੱਜ ਮਾਰਚ, ਜਿੱਦਾਂ ਟਰੈਕਟਰ ਮਾਰਚ ਕੀਤਾ ਗਿਆ। ਤਾਂ ਜੇ ਇਹ ਪ੍ਰੋਗਰਾਮ ਤੁਸੀਂ ਕਰਨਾ ਚਾਹੋ ਤਾਂ ਮੈਂ ਤੁਹਾਨੂੰ ਸੰਖੇਪ ਦੱਸ ਦਿਓ ਜੀ। ਇਹ ਜਿਹੜਾ ਸਿੰਘੂ ਬਾਰਡਰ ਤੋਂ ਸਿੱਖੀ ਬਾਰਡਰ ਵੱਲ ਹੀ ਜਾਣਾ ਨੰਬਰ 1 ਜਿਹੜਾ ਇਹ ਮਾਰਚ ਹੈ। ਫਿਰ ਇਸ ਤੋਂ ਇਲਾਵਾ ਸਿੱਖੀ ਬਾਰਡਰ ਤੋਂ ਕੁੰਡਲੀ ਵਾਲੇ ਪਾਸੇ ਨੂੰ ਜਾਣਾ, ਤੇ ਇਹ 4 ਨੇ। ਗਾਜੀਪੁਰ ਤੋਂ ਪਲਵਲ ਵਾਲੇ ਪਾਸੇ ਨੂੰ ਜਾਏਗਾ, ਫਿਰ ਰਵਾਸਨ ਤੋਂ ਪਲਵਨ ਵੱਲ, ਮਤਲਬ ਕਿ ਇਹ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਜੁੜਦੇ ਜਾਣਗੇ। ਇਹ 4 ਥਾਵਾਂ ਨੇ ਗਰੁੱਪ ਦੇ ਵਿੱਚ ਸਾਰੀ ਇਨਫੋਰਮੇਸ਼ਨ ਕੱਢੀ ਹੋਈ ਹੈ। ਕਿ ਸਵੇਰੇ 11 ਵਜੇ 4 ਜਿਹੜੇ ਆ ਉਹ ਇੱਕੋ ਵੇਲੇ, ਮਤਲਬ ਕਿ ਜਿਹੜੇ ਇਹ ਸਿਲਸਿਲਾ ਤੁਹਾਨੂੰ ਜਿਹੜੇ ਇਹਨਾਂ ਦੇ ਪੁਆਇੰਟ ਦੱਸੇ ਆ ਕਿ ਇੱਥੋਂ ਵਾਪਸ ਕਰਨਗੇ। ਤਾਂ ਹੁਣ ਦੇਖਦੇ ਹਾਂ ਕਿ ਕੱਲ੍ਹ ਨੂੰ ਉਹ ਜਿਹੜਾ ਕਰਨਾ ਟਰੈਕਟਰ ਮਾਰਚ ਕਿੰਨਾ ਕੁ ਪ੍ਰਭਾਵੀ ਰਹੇਗਾ, ਕਿੰਨਾ ਕੁ ਵਿਸ਼ਾਲ ਹੁੰਦਾ। ਪਰ ਜਿਵੇਂ ਮੈਂ ਕਿਹਾ ਕਿ ਇਹ ਜਿਹੜੇ ਦਿਨ ਨਿਕਲੇ ਨੇ ਕਿਸਾਨਾਂ ਦੇ, ਬਹੁਤ ਔਖੇ ਨਿਕਲੇ ਆ। ਅੱਜ ਤੇ ਕੁਛ ਕਿਸਾਨਾਂ ਨੇ ਨਾ ਅੱਕ ਕੇ ਉੱਥੇ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਕਿ ਪਾਣੀ ਪੂਣੀ ਤੋਂ ਬਚਾਅ ਵਾਸਤੇ ਥੜਾ ਜਿਹਾ ਬੰਨ ਲੈਂਦੇ ਆ, ਮਿੱਟੀ ਸੁੱਟ ਕੇ ਉੱਤੇ ਇੱਟਾਂ ਲਾ ਲਈਆਂ, ਇੱਕ ਥੜਾ ਉੱਚਾ ਬੰਨ ਲੈਂਦੇ। ਤਾਂ ਬਹੁਤ ਸਾਰੇ ਕਿਸਾਨਾਂ ਨੇ ਇਹ ਵੀ ਜੁਗਤ ਕਰ ਲਈ ਕਿ ਜਿਹੜਾ ਇਹ ਮੀਂਹ ਆ ਪਤਾ ਨਹੀਂ ਕਿੰਨੀ ਵਾਰੀ ਆਏਗਾ, ਜਦੋਂ ਅਸੀਂ ਬੈਠਣਾ ਹੀ ਆ, ਪਤਾ ਨਹੀਂ ਕਿੰਨੀ ਵਾਰੀ ਇਹਦੇ ਨਾਲ ਸਾਹਮਣਾ ਆਉਣਾ। ਤਾਂ ਉਹਨਾਂ ਨੇ ਧਰਤੀ ਤੋਂ ਉੱਚਾ ਆਪਦਾ ਜਿਹੜਾ ਟਿਕਾਣਾ ਸੀ ਉਹ ਕਰ ਲਿਆ ਕਿ ਹਾਂ ਭਾਈ ਆਈ ਜਾ ਮੀਂਹ, ਕੋਈ ਗੱਲ ਨਹੀਂ, ਲੰਘੀ ਜਾਵੇ ਪਾਣੀ। ਇਸ ਤਰ੍ਹਾਂ ਦੇ ਉੱਥੇ ਜੁਗਾੜ ਕੀਤੇ ਜਾ ਰਹੇ ਆ, ਬਾੜਾਂ ਕੀਤੀਆਂ ਜਾ ਰਹੀਆਂ, ਕੰਧਾਂ ਕੀਤੀਆਂ ਜਾ ਰਹੀਆਂ। ਪਰ ਫਿਰ ਵੀ ਹੈ ਕਿ ਕਾਫੀ ਜ਼ਿਆਦਾ ਵੱਡਾ ਸਖਤ ਇਮਤਿਹਾਨ ਜਿਹੜਾ ਲੈਣ ਤੋਂ ਬਾਅਦ ਦੱਸਦੇ ਕਿ ਕੱਲ੍ਹ ਨੂੰ ਮੌਸਮ ਉੱਥੇ ਠੀਕ ਹੋਣ ਦੀ ਸੰਭਾਵਨਾ। ਇਸੇ ਕਰਕੇ ਇਹਨਾਂ ਨੇ ਨਾ 6 ਦੀ ਜਗ੍ਹਾ 7 ਕੀਤਾ ਸੀਗਾ, ਕਿਉਂਕਿ ਇਹ ਦਿਖਾਉਣਾ ਚਾਹੁੰਦੇ ਆ ਕਿਸੇ ਵੀ ਪਾਸਿਓਂ ਊਣੇ ਪੌਣੇ ਨਹੀਂ ਰਹਿਣਾ ਚਾਹੁੰਦੇ ਕਿ ਅਸੀਂ ਟਰੈਕਟਰ ਮਾਰਚ ਜਿਹੜਾ ਕਾਫੀ ਅਗੇਤਾ ਲਾਉਂਦੇ ਵਾ ਤਾਂ ਕਿਤੇ ਮੌਸਮ ਕਰਕੇ ਢਿੱਲਾ ਨਾ ਹੋ ਜਾਵੇ। ਸੋ ਇਸੇ ਕਰਕੇ ਹੀ ਇਹਨਾਂ ਨੇ 7 ਤਰੀਕ ਕੀਤੀ ਸੀਗੀ। ਤਾਂ ਬਹਰਹਾਲ ਦੇਖਦੇ ਹਾਂ ਹੁਣ ਕਿੱਡਾ ਕੁ ਵੱਡਾ ਮਾਰਚ ਹੋਏਗਾ ਔਰ ਉਹਦਾ ਅਸਰ ਕਿੰਨਾ ਕੁ ਹੋਏਗਾ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ। ਗੋਹਾ ਸੁੱਟਣ ਦਾ ਮਾਮਲਾ, ਕੈਪਟਨ ਵੱਲੋਂ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਨੂੰ ਵਾਪਸ ਲੈਣ ਦੇ ਹੁਕਮ। ਹਾਂਜੀ ਦੇਖੋ, ਗੋਹਾ ਸੁੱਟਣ ਵਾਲਾ ਮਸਲਾ ਪਿੰਡਾਂ ਦੇ ਵਿੱਚ ਤੇ ਕੰਮ ਵੀ ਕਰਦੇ ਵਿਚਾਰੇ ਕੁਛ ਗਰੀਬ ਲੋਕ ਗੋਹਾ ਸੁੱਟਣ ਦਾ, ਜਾਂ ਇੱਥੇ ਘਰਾਂ 'ਚ ਵੀ ਕੰਮ ਵੰਡਿਆ ਹੁੰਦਾ ਕਿ ਫਲਾਣਾ ਜਿਹੜਾ ਮੇਰੇ ਵਰਗਾ ਜਿਹੜਾ ਸਾਰਾ ਦਿਨ ਕੁਛ ਨਹੀਂ ਕਰਦਾ, ਤੜਕੇ ਕੇ ਕਹਿੰਦੇ ਤੂੰ ਮੈਂ ਕੁਛ ਨਹੀਂ ਕਰੀ, ਹੋਰ ਕੁਛ ਨਾ ਕਰੀ, ਹਵੇਲੀ ਦੇ ਵਿੱਚ ਗੋਹਾ ਹੀ ਚੁੱਕਦੇ। ਗੋਹਾ ਸੁੱਟਣ ਵਾਲਾ ਮਸਲਾ ਕਈ ਥਾਵਾਂ ਤੇ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿ ਜਾ ਕੇ ਗੋਹਾ ਸੁੱਟ ਦੇ, ਕਰਕੇ ਚੱਕ ਕੇ ਉਹਦੇ ਰੂੜੀ ਉੱਤੇ ਸੁੱਟਿਆ। ਖੈਰ ਇਹ ਮਸਲਾ ਦੂਜੇ ਤਰ੍ਹਾਂ ਦਾ, ਇਹ ਸਿਆਸੀ ਮਸਲਾ ਹੈਗਾ। ਤਾਂ ਹੁਣ ਇਹਦੇ 'ਚ ਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਜਿਹੜੀ ਉਹ 307 ਧਾਰਾ ਸੀਗੀ ਇਰਾਦਾ ਕਤਲ ਦੀ, ਇਸ ਮਾਮਲੇ ਦੇ ਵਿੱਚ ਵਾਪਸ ਲੈਣ ਦੇ ਹੁਕਮ ਦੇ ਦਿੱਤੇ ਆ, ਤੇ ਨਾਲ ਹੀ SHO ਦਾ ਤਬਾਦਲਾ ਜਿਹੜਾ ਹੋ ਗਿਆ ਦੱਸਿਆ ਜਾਂਦਾ ਹੈ। ਹੁਣ ਜਦੋਂ ਇਹ ਬੋਲ ਰਹੇ ਸੀਗੇ, ਸ਼ਾਇਦ ANI ਨੂੰ ਇਹ ਇੰਟਰਵਿਊ ਦੇ ਰਹੇ ਸੀ ਕੈਪਟਨ ਅਮਰਿੰਦਰ ਸਿੰਘ, ਇੱਕ ਗੱਲ ਬੜੀ ਇਹਨਾਂ ਨੇ ਉੱਥੇ ਕਿਸਾਨਾਂ ਨੂੰ ਠੋਕ ਕੇ ਕਹੀ ਕਿ ਉਹ ਕਿਸਾਨ ਨਹੀਂ ਸੀ। ਦੇਖੋ ਉਹ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਕਿਹਾ ਕਿ ਕਿਸਾਨ ਨਹੀਂ ਸੀ, ਇਹ ਦਲ ਖਾਲਸਾ ਵਾਲੇ ਸੀ। ਤੇ ਮੈਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੁਰ ਕਈ ਵਾਰ ਨਾ ਭਾਰਤੀ ਜਨਤਾ ਪਾਰਟੀ ਵਾਲੇ ਨਾਲ ਜਾ ਰਲਦੇ ਆ। ਨਹੀਂ ਜੀ, ਇਹ ਕਿਸਾਨ ਨਹੀਂ, ਇਹ ਕਾਮਰੇਡ ਆ। ਤੇ ਬੰਦਾ ਪੁੱਛੇ ਕਾਮਰੇਡਾਂ ਕੋਲ ਪੈਲੀ ਨਹੀਂ ਹੋ ਸਕਦੀ? ਕਾਮਰੇਡ ਟਰੈਕਟਰ ਨਹੀਂ ਚਲਾ ਸਕਦੇ, ਕਾਮਰੇਡ ਹਲ ਨਹੀਂ ਵਾਹ ਸਕਦੇ, ਕੀ ਗੱਲ ਆ? ਉਹਨਾਂ ਨੂੰ ਐਕਸਟਰਾ ਕੋਈ ਲਾਇਸੈਂਸ ਲੈਣਾ ਪੈਂਦਾ ਖੇਤੀ ਵਾਸਤੇ? ਹੈਰਾਨਗੀ ਦੀ ਗੱਲ ਆ ਕਿ ਜੇ ਕੋਈ ਦਲ ਖਾਲਸਾ ਦੇ ਨਾਲ ਤਾਲੁਕ ਰੱਖਦਾ, ਸੰਬੰਧ ਰੱਖਦਾ, ਮੈਨੂੰ ਦੱਸੋ ਕਿ ਉਹਨੂੰ ਖੇਤੀ ਕਰਨ ਵਾਸਤੇ ਜਾਂ ਕਿਸਾਨੀ ਕਰਨ ਵਾਸਤੇ ਕੋਈ ਅੱਡ ਤੋਂ ਪਰਮਿਟ ਬਣਵਾਉਣਾ ਪੈਂਦਾ? ਹੱਦ ਆ ਕਿ ਨਹੀਂ, ਇਹ ਦਲ ਖਾਲਸਾ ਨੇ। ਦਲ ਖਾਲਸਾ ਨੇ ਤਾਂ ਕੀ ਗੱਲ ਹੈ ਕਿ ਭਾਈ ਉਹ ਭਗਾਉਂਦੇ ਆ ਕਿਸੇ ਕੇਸ ਦੇ ਵਿੱਚੋਂ, ਹੱਦ ਹੋ ਗਈ।
ਕਹਿੰਦੇ ਜੀ ਦਲ ਖਾਲਸਾ ਵਾਲੇ, ਤੇ ਦਲ ਖਾਲਸਾ ਵਾਲੇ ਇੰਨੀ ਹੈ ਤੁਹਾਨੂੰ ਸਿਰਫ ਫਿਰ ਉਹਨਾਂ ਦਾ ਕਿਸੇ ਕੇਸ ਨਾ ਵਾਪਸ ਲੈਂਦੇ, ਆਪਣੇ ਕੋਰਟ ਦੇ ਵਿੱਚ ਅਗਲੇ ਕਰਾਉਂਦੇ। ਇਹ ਕਹਾਣੀ ਉੱਤੇ ਬਿਆਨ ਕੀਤੀ। ਫਿਰ ਇਹਨਾਂ ਨੇ ਤੇ ਦੇਖੋ ਜੀ ਉਹ 307 ਇਸ ਤਰ੍ਹਾਂ ਲਾਈ ਸੀਗੀ ਕਿ ਜਦੋਂ ਇਹ ਟਰਾਲੀ ਬੈਕ ਉਹਨਾਂ ਦੀਆਂ ਬਰੂਹਾਂ 'ਚ ਲਿਜਾ ਰਹੇ ਸੀ ਤੇਜ਼ੀ ਦੇ ਨਾਲ, ਉਹਨਾਂ ਦਾ ਇੱਕ ਜਿਹੜਾ ਚੌਕੀਦਾਰ ਸੀ ਉਹ ਥੱਲੇ ਲਿਟ ਗਿਆ ਤੇ ਇਹ ਬਿਲਕੁਲ ਟਰਾਲੀ ਨਾਲ ਲੈ ਗਏ, ਉਹਦੇ ਉੱਤੇ ਚੜ੍ਹ ਜਾਣੀ ਕਿ ਦੇਖੋ ਬੱਚਿਆਂ ਦੀਆਂ ਕਹਾਣੀਆਂ। ਬੱਚਾ ਵੀ ਸਕੂਲ ਦਾ ਇੱਕ ਤੋਂ ਵਧੀਆ ਕਹਾਣੀ ਬਣਾ ਸਕਦਾ। ਉੱਥੇ ਚੌਕੀਦਾਰ ਦੀ ਟਰਾਲੀ ਅੱਗੇ ਲਿਟ ਗਿਆ ਸੀਗਾ, ਜਦ ਕਿ ਉਸ ਸੁਪਨੇ ਤੁਸੀਂ ਦੇਖਿਆ ਹੀ ਹੈ ਨਾ ਕਿ ਕਿਸ ਤਰ੍ਹਾਂ ਬੈਕ ਕਰਕੇ ਲਾ ਰਹੇ ਆ। ਤੁਹਾਨੂੰ ਕਿਸੇ ਨੂੰ ਖੁੱਲੀ ਅੱਖ ਦੇ ਵਿੱਚੋਂ ਨਜ਼ਰ ਆਇਆ ਕਿ ਉੱਥੇ ਕੋਈ ਬੰਦਾ ਅੱਗੇ ਟਰਾਲੀ ਤੇ ਲਿਟਦਾ ਪਿਆ ਸੀ? ਹਾਂ, ਉਸ ਤੋਂ ਬਾਅਦ ਖਿੱਚ ਧੂਮ ਜਿਹੜੀ ਹੋਈ ਉਹ ਸਭ ਨੂੰ ਪਤਾ। ਠੀਕ ਹੈ, ਦੂਸਰੀਆਂ ਧਾਰਾ ਤੁਸੀਂ ਬਰਕਰਾਰ ਰਹਿਣ ਦਿੱਤੀਆਂ, ਉਹਦਾ ਚਲੋ ਕੋਰਟ ਨੇ ਫੈਸਲਾ ਕਰਨਾ ਕੀ ਸਹੀ ਹੈ ਕੀ ਗਲਤ ਹੈ, ਪਰ 370 ਕਿਸੇ ਵੀ ਹਾਲਤ ਦੇ ਵਿੱਚ ਧਾਰਾ ਬਣਦੀ ਨਹੀਂ ਸੀ। ਹੁਣ ਤੁਸੀਂ ਫਿਰ ਪੋਚੇ ਮਾਰੀ ਜਾਂਦੇ। ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਗਲਤ 307 ਧਾਰਾ ਇਸਤੇਮਾਲ ਕੀਤੀ। ਇਸਤੇਮਾਲ ਕਰਨ ਤੋਂ ਬਾਅਦ ਹੁਣ ਦੂਜੀ ਕਹਾਣੀ ਘੜ ਰਹੇ ਹੋ ਦਲ ਖਾਲਸਾ ਨੇ। ਦਲ ਖਾਲਸਾ ਤੋਂ ਅਗਲੀ ਕਹਾਣੀ ਤੁਹਾਨੂੰ ਫਿਰ ਘੜਨੀ ਪੈ ਰਹੀ ਹੈ ਕਿ ਨਹੀਂ ਜੀ ਉਹ ਇਸ ਕਰਕੇ ਸੀ ਕਿਉਂਕਿ ਟਰਾਲੀ ਉੱਤੇ ਚੜ ਜਾਂਦੀ। ਆਹ ਸਾਰੀਆਂ ਕਹਾਣੀਆਂ ਬਾਕੀ ਕਾਫੀ ਜ਼ਿਆਦਾ ਨਿਕਤਾਚੀਨੀ ਹੋਈ ਹੈ, ਪਰ ਮੇਰੇ ਖਿਆਲ ਦੇ ਨਾਲ ਉਹ ਧਨੌਲੇ ਵਾਲਾ ਮਸਲਾ ਵੀ ਇਹਨਾਂ ਨੂੰ ਵੇਖਣਾ ਚਾਹੀਦਾ। ਉਸ ਮਸਲੇ ਤੇ ਵੀ ਕਾਫੀ ਜ਼ਿਆਦਾ ਚਰਚਾ ਹੈ ਕਿਉਂਕਿ ਧਨੌਲੇ ਦੇ ਵਿੱਚ ਵੀ ਇਸ ਤਰ੍ਹਾਂ ਨੌਜਵਾਨਾਂ ਤੇ ਕੇਸ ਦਰਜ ਕਰ ਦਿੱਤਾ ਗਿਆ। ਹਾਲਾਂਕਿ ਉੱਥੇ ਦੇਸ਼ ਧਰੋਹ ਦਾ ਕੇਸ ਪ੍ਰਚਾਰਿਆ ਜਾ ਰਿਹਾ, ਪਰ ਉਹ ਮੈਂ FIR ਜਿਹੜੀ ਦੇਖੀ ਆ ਸ਼ਾਇਦ ਉਹ ਵਿਕਰਮ ਧਨੌਲਾ ਨੇ ਪਾਈ ਸੀਗੀ ਆਪਣੇ ਪੇਜ ਤੇ, ਉਹਦੇ 'ਚ 153 ਆਏ ਆ ਤੇ 153 ਜਿਹੜੀ ਹੁੰਦੀ ਹੈ ਨਾ ਉਹ ਦੇਸ਼ ਧਰੋਹ ਦੀ ਹੁੰਦੀ, ਉਹਦੇ 'ਚ 124 ਲੱਗਦੀ ਆ। ਉਹ ਕਿਤੇ ਨਾ ਕਿਤੇ ਕੋਈ ਬੱਚਾ ਹੋਇਆ। ਸੋ ਜੋ ਵੀ ਹੈ, ਪਰ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ 307 ਵਾਲਾ ਇੱਕ ਸਵਾਲ ਹੱਲ ਕਰਕੇ ਤੇ ਇਹਦੇ ਅੱਗੇ ਕਈ ਸਵਾਲ ਖੜੇ ਕਰ ਦਿੱਤੇ ਕਿ ਕੈਪਟਨ ਅਮਰਿੰਦਰ ਸਿੰਘ ਚੱਲ ਕਿਵੇਂ ਰਿਹਾ, ਕਿਉਂਕਿ ਇੱਕ ਥਾਂ ਤੋਂ ਬਚਣ ਵਾਸਤੇ ਉਹਨਾਂ ਨੂੰ 3-4 ਕਹਾਣੀਆਂ ਜਿਹੜੀਆਂ ਹੋਰ ਉਹਨਾਂ ਦੀ ਸਿਰਜਣਾ ਕਰਨੀ ਪੈ ਰਹੀ ਹੈ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਮਸ਼ਹੂਰ ਜਿਹੜਾ ਇੱਕ ਗਾਇਕ ਆ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦੇ ਉੱਤੇ ਕੈਪਟਨ ਅਮਰਿੰਦਰ ਦਾ ਵੀ ਆ ਗਿਆ ਬਿਆਨ। ਹਾਂਜੀ, ਦੇਖੋ ਕਿਤੇ ਸ਼੍ਰੀ ਬਰਾੜ ਨੇ ਨਾਂ ਰੱਖ ਲਿਆ ਕਿਉਂਕਿ ਇੱਕ ਬਾਬਾ ਵੀ ਹੈ ਨਾ, ਤੁਹਾਨੂੰ ਪਤਾ ਸ਼੍ਰੀ ਕਨਫਿਊਜ਼ਿੰਗ ਹੋ ਜਾਂਦੀ ਹੈ ਸ਼੍ਰੀ ਵਾਲੇ। ਦੇਖੋ ਇਹ ਇਸ ਵੇਲੇ ਕਾਫੀ ਜ਼ਿਆਦਾ ਭਖਿਆ ਮਾਮਲਾ। ਅਸਲ ਦੇ ਵਿੱਚ ਕੀ ਹੈ ਕਿ ਇੱਕ ਮੁੰਡਾ ਮੈਂ ਤਾਂ ਹੁਣ ਗੀਤ ਸੁਣਿਆ ਨਹੀਂ, ਉਹਦਾ ਜਿਹੜਾ ਪਹਿਲਾਂ ਆਇਆ ਕਿਸਾਨ ਐਂਥਮ, ਤੇ ਹਾਂ ਜ਼ਰੂਰ ਜਦੋਂ ਕੰਟਰੋਵਰਸੀ ਹੋ ਗਈ ਹੈ ਤੇ ਮੈਂ ਵੀਡੀਓ ਜ਼ਰੂਰ ਦੇਖੀ ਆ ਜੀ। ਲਿਹਾਜ਼ਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਰੌਲਾ ਪੈ ਜਾਂਦਾ ਫਿਰ ਇਹ ਚੀਜ਼ਾਂ ਜਿਹੜੀਆਂ ਸੈੱਟ ਵੀ ਹੁੰਦੀਆਂ ਬੀਬੀ ਦੇ ਨਾਲ ਵਿਆਪਾ ਵੀ ਹੁੰਦੀ ਹੈ ਕਿ ਐਸਾ ਕੀ ਹੈ ਇਹਦੇ ਵਿੱਚ। ਇਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾ ਕੇ ਮੋਹਾਲੀ ਤੋਂ। ਪਹਿਲਾਂ ਪਰਚਾ ਦਰਜ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ। ਪਟਿਆਲਾ ਪੁਲਿਸ ਨੇ ਪਰਚਾ ਇਹ ਦਰਜ ਕੀਤਾ ਕਿ ਦੇਖੋ ਜੀ ਇਹ ਨੁਮਾਇਸ਼ ਕਰ ਰਿਹਾ ਸੀ, ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਸੀ ਗਾਣੇ ਦੇ ਜ਼ਰੀਏ। ਔਰ ਇਸ ਤੋਂ ਇਲਾਵਾ ਕਿ ਇੱਕ ਟੀਮ ਦੇ ਵਿੱਚ ਮਤਲਬ ਕਿ ਜੋ ਪਿਕਚਰਾਈਜੇਸ਼ਨ ਹੈ ਉਸ ਗਾਣੇ ਦਾ ਕਿ ਇੱਕ ਥਾਂ ਤੇ ਜਾ ਕੇ ਇੱਕ ਥਾਣੇ ਦੇ ਵਿੱਚ ਆਪਣੇ ਸਹਿਯੋਗੀਆਂ ਨੂੰ ਹਥਿਆਰਾਂ ਦੀ ਲੋੜ ਤੋਂ ਛੁਡਾ ਦਿੰਦਾ ਔਰ ਜਿਹੜਾ ਡਿਊਟੀ ਅਫਸਰ ਹੈ ਉਹਦੇ ਤੇ ਪਿਸਤੌਲ ਤਾਣਦਾ ਹੀ ਨਹੀਂ ਬਲਕਿ ਫਾਇਰ ਵੀ ਕਰਦਾ। ਮਤਲਬ ਕਿ ਇਹ ਪੁਲਿਸ ਦੀ ਕਹਾਣੀ ਹੈ। ਇਹਦੇ ਤੇ ਬਹੁਤ ਜ਼ਿਆਦਾ ਰਾਜਨੀਤੀ ਭਰ ਗਈ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਵੀ ਗਾਇਕ ਦੀ ਪਿੱਠ ਤੇ ਆ ਗਿਆ। ਪਹਿਲਾ ਮੌਕਾ ਹੋਣਾ ਜਦੋਂ ਇਸ ਤਰ੍ਹਾਂ ਦੇ ਗਾਣੇ ਦੀ ਪਿੱਠ ਤੇ ਵੀ ਸਿਆਸਤਦਾਨ ਆ ਗਏ। ਅਕਾਲੀ ਦਲ ਨੇ ਵੀ ਠੋਕ ਕੇ ਸਪੋਰਟ ਕਰ ਦਿੱਤੀ, ਹੋਰ ਵੀ ਜਿਹੜੇ ਕਲਾ ਦੇ ਖੇਤਰ ਦੇ ਵਿੱਚ ਮੰਨੇ ਪ੍ਰਮੰਨੇ ਲੋਕ ਆ ਉਹਨਾਂ ਨੇ ਵੀ ਸਪੋਰਟ ਕੀਤੀ ਹੈ। ਕਿਉਂਕਿ ਦੇਖੋ ਉਹ ਇਸ਼ੂ ਕੀ ਬਣ ਗਿਆ, ਕੈਪਟਨ ਅਮਰਿੰਦਰ ਸਿੰਘ ਨੂੰ ਬਿਆਨ ਦੇਣਾ ਪਿਆ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਿਆਨ ਦੇਣਾ ਪਵੇ ਤਾਂ ਸਮਝ ਲਓ ਕਿ ਕਮਸਾਨ ਚੋਖਾ ਤਕੜਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਂ ਬਈ ਮੁੰਡੇ ਨੇ ਸੋਸ਼ਲ ਗਾਣੇ ਵੀ ਗਾਏ ਹੋਣਗੇ, ਕਿਸਾਨੀ ਨਾਲ ਰਿਲੇਟਡ ਵੀ ਗਾਏ ਹੋਣਗੇ, ਪਰ ਅਸੀਂ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦੇ ਸਕਦੇ ਕਿ ਕੋਈ ਗੈਂਗਿਜ਼ਮ ਨੂੰ ਪ੍ਰਮੋਟ ਕਰੇ ਗਾਣਿਆਂ ਦੇ ਜ਼ਰੀਏ, ਕੋਈ ਹਿੰਸਾ ਨੂੰ ਪ੍ਰਮੋਟ ਕਰੀਏ ਵਗੈਰਾ ਵਗੈਰਾ ਉਹਨਾਂ ਨੇ ਤਰਕ ਦਿੱਤੇ ਆ। ਪਰ ਇੱਥੇ ਹੁਣ ਬਹਿਸ ਫਿਰ ਉੱਥੋਂ ਹੀ ਛਿੜ ਗਈ ਆ। ਤੁਹਾਨੂੰ ਯਾਦ ਹੋਣਾ ਕਿ ਕੁਛ ਮਹੀਨੇ ਪਹਿਲਾਂ ਜਿਸ ਬਹਿਸ ਨੂੰ ਪੰਜਾਬੀਆਂ ਨੇ ਛੱਡਿਆ ਸੀ ਉਸੇ ਹੀ ਬਹਿਸ ਨੂੰ ਫਿਰ ਛੋਣਾ ਪੈ ਗਿਆ। ਮਤਲਬ ਕਿ ਕੀ ਕ੍ਰਾਈਟੇਰੀਆ ਹੋਵੇ, ਕੀ ਇਹਦੇ ਕੋਈ ਸੈਂਸਰ ਹੋਵੇ, ਕੀ ਕੁਛ ਹੋਵੇ, ਤਾਂ ਇਹ ਬਹਿਸ ਫਿਰ ਇੱਕ ਵਾਰੀ ਛਿੜ ਗਈ। ਹਾਲਾਂਕਿ ਉਸ ਗਾਇਕ ਦਾ ਕੀ ਬਣਿਆ ਮੈਨੂੰ ਨਹੀਂ ਪਤਾ, ਪਰ ਇਸ ਗਾਣੇ ਨੂੰ ਗਾਉਣ ਵਾਲੀ ਇੱਕ ਕੁੜੀ ਆ ਮੁੱਖ ਤੌਰ ਤੇ, ਇਹਨੇ ਵਿੱਚ ਥੋੜਾ ਗਾਇਆ ਪਰ ਲਿਖਿਆ ਵੀ ਆ। ਇਹਨੂੰ ਨਪੜ ਲਿਆ ਔਰ ਗਾਣਾ ਜਿਹੜਾ ਆ ਮੈਂ ਵੀ ਡੇਟ ਚੈੱਕ ਕਰਨ ਲਿਆ ਸੀ ਨਵੰਬਰ ਦੇ ਵਿੱਚ ਰਿਲੀਜ਼ ਹੋਇਆ
ਮਿਲੀਅਨ ਲੋਕਾਂ ਨੇ, ਕਈ ਮਿਲੀਅਨ ਲੋਕਾਂ ਨੇ ਦੇਖਿਆ ਮੇਰੇ ਖਿਆਲ ਦੇ ਨਾਲ, ਆਲਮੋਸਟ 5 ਮਿਲੀਅਨ ਸੀਗੇ। ਤਾਂ ਉਹਦੇ 'ਚ ਉਹ ਸੀਨ ਹੈਗਾ, ਉਹ ਜਿਹੜਾ ਉਹਨਾਂ ਨੇ ਕਿਹਾ, ਜਿੱਦਾਂ SSP ਨੇ ਕਿਹਾ, ਮੈਂ ਵੀ ਦੇਖਿਆ। ਪਰ ਗੱਲ ਇਹ ਆ ਕਿ ਦੇਖੋ, ਜਿੱਦਾਂ ਇਹ ਕਹਿ ਰਹੇ ਆ ਕਿ ਇਹ ਦਿਖਾਇਆ ਗਿਆ, ਇਹਦਾ ਮਤਲਬ ਕਿ ਤੁਸੀਂ ਕੱਲ੍ਹ ਨੂੰ ਕਹੋਗੇ ਕਿ ਫਿਲਮਾਂ 'ਚ ਵੀ ਕੁਛ ਨਾ ਦਿਖਾਓ। ਫਰਜ਼ ਕਰੋ ਕਿਸੇ ਨੇ ਕੋਈ ਫਿਲਮ ਬਣਾਉਣੀ ਹੈ, ਜੇਲ੍ਹ ਦੀ ਫਰਾਰੀ 'ਤੇ ਬਣਾਉਣੀ ਹੈ, ਆਲਰੇਡੀ ਫਿਲਮ ਆਈ ਹੋਈ ਹੈ ਪੰਜਾਬੀ ਫਿਲਮ, ਸ਼ਾਇਦ ਦਿੱਲੀ ਸ਼ੇਰ ਦੇ ਵੀ ਵਿਸਾਖੀ ਆਈ ਹੋਈ ਹੈ ਜੇਲ੍ਹ ਤੋੜਨ 'ਤੇ। ਤਾਂ ਕੱਲ੍ਹ ਨੂੰ ਤੁਸੀਂ ਕਹਿ ਦਿਓ ਕਿ ਨਹੀਂ ਜੀ ਇੱਥੇ ਸਾਡੇ 6 ਮਹੀਨਿਆਂ ਬਾਅਦ ਜੇਲ੍ਹ ਟੁੱਟ ਜਾਂਦੀ ਹੈ, ਅਸੀਂ ਨਹੀਂ ਦਿਖਾਉਣ ਦਿੰਦੇ। ਇੱਦਾਂ ਤਾਂ ਜਿਹੜੀ ਕਲਾ ਨੂੰ ਫਿਰ ਤੁਸੀਂ ਨੱਥ ਪਾਉਣੀ ਚਾਹੁੰਦੇ ਹੋ। ਕੁਛ ਲੋਕਾਂ ਨੇ ਉਦੋਂ ਠੀਕ ਹੈ ਇਤਰਾਜ਼ ਕੀਤਾ, ਉਹ ਚੀਜ਼ ਨੂੰ ਹਥਿਆਰ ਬਣਾ ਕੇ ਤੁਸੀਂ ਤੇ ਆਪਣੇ ਹੱਕ ਦੇ ਵਿੱਚ ਭੁਗਤਾਓਗੇ ਕਲਾ ਨੂੰ, ਕਿ ਜੇ ਤੁਹਾਡੇ ਉਲਟ ਜਾਂਦੀ ਹੈ ਤੁਸੀਂ ਕਹਿੰਦੇ ਨਹੀਂ 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 ਜੀ ਇਹਦੇ ਵਿੱਚ ਤਾਂ ਆ ਰੌਂਗ ਹੈ। ਤਾਂ ਇਹ ਵੀ ਤਾਂ ਮਸਲਾ ਮੇਰੇ ਖਿਆਲ ਦੇ ਨਾਲ ਸਮਾਜ ਨੂੰ ਸੋਚਣ ਵਾਲਾ ਨਾ, ਕਿ ਠੀਕ ਆ ਅਸੀਂ ਇੱਕ ਆਪਸ਼ਨ ਰੱਖਦੇ ਹਾਂ ਆਪਣੇ ਕੋਲ ਕਿ ਜੇ ਸਾਨੂੰ ਕੋਈ ਚੀਜ਼ ਭੈੜੀ ਲੱਗਦੀ ਹੈ ਤਾਂ ਅਸੀਂ ਉਹਨੂੰ ਰਿਜੈਕਟ ਕਰ ਸਕਦੇ, ਉਹਨੂੰ ਇਗਨੋਰ ਕਰ ਸਕਦੇ, ਉਹਨੂੰ ਰੱਦ ਕਰ ਸਕਦੇ ਹਾਂ। ਪਰ ਜੇ ਅਸੀਂ ਕਹੀਏ ਕਿ ਹਾਂਜੀ ਸਰਕਾਰ ਦੇ ਕੋਲ ਇੱਕ ਕੁਹਾੜਾ ਹੋਣਾ ਚਾਹੀਦਾ, ਉਹ ਜਿੱਥੇ ਚਾਹੇ ਕਿ ਇਹ ਚੀਜ਼ ਵੱਢਣ ਵਾਲੀ ਆ, ਉਹ ਉੱਥੇ ਮਾਰ ਕੇ ਥਾਂ ਇੱਕ ਕਪਾ 'ਤੇ ਵੱਢ ਦੇਵੇ, ਤਾਂ ਇਹਦਾ ਮਤਲਬ ਤੇ ਇਹੋ ਆ ਕਿ ਫਿਰ ਸਰਕਾਰ ਜਿਹੜੀ ਆ ਉਹ ਬਹੁਤ ਜ਼ਿਆਦਾ ਹਾਵੀ ਹੋ ਜਾਏਗੀ ਕਲਾ 'ਤੇ। ਇਹਦਾ ਨੁਕਸਾਨ ਫਿਰ ਸਮਾਜ ਨੂੰ ਆ। ਜੇ ਮੰਨ ਲਓ ਗਾਣੇ ਜਿਹੜੇ ਆ ਚੰਗੇ ਨਹੀਂ ਆ ਰਹੇ, ਉਹਦਾ ਵੀ ਆਪਾਂ ਕਹਿੰਦੇ ਕਿ ਸਮਾਜ ਨੂੰ ਨੁਕਸਾਨ ਹੈ ਕਿਤੇ ਨਾ ਕਿਤੇ, ਖਾਸ ਤੌਰ 'ਤੇ ਜਿਹੜਾ ਅੱਲੜ ਵਰਗ ਉਹਨੂੰ ਨੁਕਸਾਨ ਹੁੰਦਾ, ਉਹਦੀ ਸੋਚ 'ਤੇ ਕਿਤੇ ਨਾ ਕਿਤੇ ਪ੍ਰਭਾਵ ਪੈਂਦਾ, ਉਹ ਚੀਜ਼ ਤੇ ਹੈ। ਪਰ ਜੇ ਸਰਕਾਰ ਦੇ ਕੋਲ ਇਸ ਤਰ੍ਹਾਂ ਦਾ ਕੁਹਾੜਾ ਹੋਏਗਾ ਤਾਂ ਫਿਰ ਉਹ ਵੀ ਨੁਕਸਾਨ ਸਮਾਜ ਨੂੰ ਹੈ, ਕਿ ਜੋ ਸਮਾਜ ਦੀ ਗੱਲ ਕਰੇਗੀ ਕਲਾ, ਫਿਰ ਹੋ ਸਕਦਾ ਕੱਲ ਅੱਜ ਤੇ ਚਲੋ ਇਸ ਚੀਜ਼ ਨੂੰ ਟਾਰਗੇਟ ਕੀਤਾ ਗਿਆ, ਕੋਈ ਸ਼ਾਇਦ ਪੁਲਿਸ ਨੂੰ ਕਿਤੇ ਲੱਗਿਆ ਕਿ ਸਾਡੀ ਹੇਠੀ ਹੁੰਦਾ ਹੀ ਆ, ਉਹਨਾਂ ਨੇ ਚੱਕਤਾ ਫੱਟਾ। ਕੱਲ ਨੂੰ ਮੰਨ ਲਓ ਫਰਜ਼ ਕਰੋ ਜਿਵੇਂ ਅੱਜ ਨਰਿੰਦਰ ਮੋਦੀ ਦੇ ਗੀਤ ਗਾਈ ਜਾਂਦੇ ਆ ਸਾਰੇ, ਹਾਂ ਹੁਣ ਮੈਂ ਦੇਖਣ ਡਿਆ ਸੀ ਨਿਰਮਲ ਸਿੱਧੂ ਹੋਰਾਂ ਦਾ ਗੀਤ ਆ ਰਿਹਾ, ਮੈਂਬਰ ਸੈਨਪੁਰੀ ਹੋਰਾਂ ਦਾ, ਮੋਦੀ ਨਾਲ ਜੁੜਿਆ। ਤੇ ਇਸ ਤੋਂ ਇਲਾਵਾ ਇੱਕ ਮੱਖਣ ਬਰਾੜ ਜੀ ਹੋਰਾਂ ਦਾ ਲਿਖਿਆ ਗੀਤ ਇੱਕ ਬੀਬੀ ਨੇ ਗਾਇਆ ਨਰਿੰਦਰ ਮੋਦੀ ਦਾ, ਉਹਦੀ ਮਾਂ ਨੂੰ ਸੰਬੋਧਨ ਕਰਕੇ, ਤੁਸੀਂ ਦੇਖੋ ਮਾਂ ਵੀ ਨਹੀਂ ਛੱਡੀ ਗਾਣੇ ਦੇ ਵਿੱਚ, ਉਹਨੂੰ ਵੀ ਘੜੀਸਿਆ ਗਿਆ। ਤੇ ਫਰਜ਼ ਕਰੋ ਕੱਲ੍ਹ ਨੂੰ ਜੇ ਕੋਈ ਉੱਠ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਹੋ ਜਿਹਾ ਗੀਤ ਬਣਾ ਦੇਵੇ ਉਹਦੇ ਰਾਜ ਦੇ ਵਿੱਚ, ਫਿਰ ਕੀ ਉਹਨੂੰ ਚੱਲਣ ਦੇਊਗਾ ਕੈਪਟਨ ਅਮਰਿੰਦਰ ਸਿੰਘ? ਉਹ ਵੀ ਕਿਤੇ ਨਾ ਕਿਤੇ ਬਹਾਨਾ ਲੱਭ ਲੈਣਾ ਜੀ ਕਿ ਇਹ ਸਮਾਜ ਦੇ ਵਿੱਚ ਡਿਵਾਈਡ ਪਾਉਂਦਾ ਜਾਂ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ। ਫਿਰ ਤੁਸੀਂ ਕਹੋਗੇ ਕਿ ਨਹੀਂ ਜੀ ਕਲਾ 'ਤੇ ਐਡਾ ਬੈਨ ਨਹੀਂ ਹੋਣਾ ਚਾਹੀਦਾ, ਕਲਾ 'ਤੇ ਬੈਨ ਨਹੀਂ ਹੋਣਾ ਚਾਹੀਦਾ। ਸੋ ਇੱਕ ਬੈਲੈਂਸ ਰੱਖਣਾ ਲਾਜ਼ਮੀ ਹੈ ਕਿ ਸਾਡੇ ਜਿਹੜੇ ਕਲਾ ਨਾਲ ਜੁੜੇ ਲੋਕ ਆ ਉਹ ਵੀ ਇੱਕ ਜ਼ਹੀਨ ਸੋਚ ਦੇ ਨਾਲ ਚੱਲਣ ਕਿ ਅਸੀਂ ਕੀ ਦੇਣ ਜਾ ਰਹੇ ਹਾਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਦਸਤਾਵੇਜ਼ ਹੀ ਹੁੰਦੀਆਂ, ਪੀੜ੍ਹੀਆਂ ਤੱਕ ਲੋਕ ਉਹ ਕਹਿੰਦੇ। ਹੁਣ ਜਿਹੜੇ ਕਲਾਕਾਰ ਇੱਥੇ ਗਾਉਂਦੇ ਪਏ ਆ ਉਹ ਚੰਗੀ ਕਮਾਈ ਵੀ ਕਰ ਰਹੇ ਆ, ਨਾਲ ਸੇਵਾ ਵੀ ਕਰ ਰਹੇ, ਸਾਰਾ ਕੁਛ ਆ, ਉਹਨਾਂ ਦਾ ਵੀ ਤਾਂ ਗੁਜ਼ਰ ਬਸਰ ਹੋਣ ਹੀ ਡਿਆ ਨਾ। ਦੂਜੇ ਕੰਮ ਕਰ ਠੱਪ ਪਏ ਆ, ਖਾੜੇ ਖੋੜੇ ਨਹੀਂ ਲੱਗਦੇ, ਫਿਲਮਾਂ ਨਹੀਂ ਬਣ ਰਹੀਆਂ, ਨਹੀਂ ਚੱਲ ਰਹੀਆਂ, ਫਿਰ ਵੀ ਤੁਸੀਂ ਕਹਿੰਦੇ ਉੱਦਾਂ ਤਾਂ ਕਹਿ ਦਿੰਦੇ ਨਹੀਂ ਜੀ ਸਾਡੀ ਕਮਰਸ਼ੀਅਲੀ ਮਜਬੂਰੀ ਆ, ਹੁਣ ਵੀ ਤਾਂ ਰੋਟੀ ਖਾਈ ਜਾਂਦੇ ਹੋ। ਤੇ ਜੇ ਚੱਜ ਦੇ ਗਾਣੇ ਕਰੋ ਤੁਸੀਂ, ਠੀਕ ਆ ਰੋਮਾਂਸਵਾਦੀ ਕਰ ਲਓ, ਜਿੱਦਾਂ ਦੇ ਮਰਜ਼ੀ ਕਰ ਲਓ, ਪਰ ਉਹਦਾ ਇੱਕ ਦਾਇਰਾ ਖੁਦ ਹੀ ਤੈਅ ਕਰ ਲਓ ਤਾਂ ਕਿ ਸਰਕਾਰ ਨੂੰ ਵੀ ਤੁਹਾਡੇ ਤੇ ਇਸ ਤਰ੍ਹਾਂ ਦਾ ਕੁਹਾੜਾ ਚੁੱਕਣ ਦਾ ਮੌਕਾ ਨਾ ਮਿਲੇ ਤੇ ਸਮਾਜ ਨੂੰ ਵੀ ਉਂਗਲ ਚੁੱਕਣ ਦਾ ਮੌਕਾ ਨਾ ਮਿਲੇ ਕਿ ਸਾਡੇ ਕਲਾਕਾਰ ਠੀਕ ਨਹੀਂ ਕਰ ਰਹੇ। ਤਾਂ ਮੇਰੇ ਖਿਆਲ ਨਾਲ ਬੈਲੈਂਸ ਬਣਨਾ ਚਾਹੀਦਾ, ਸਮਾਜ ਨੂੰ ਵੀ ਵੇਖਣਾ ਚਾਹੀਦਾ ਕਿ ਹਾਂ ਭਾਈ ਕਲਾ ਜਿਹੜੀ ਆ ਉਹਨੂੰ ਖੁੱਲ੍ਹ ਰਹਿਣੀ ਚਾਹੀਦੀ ਹੈ। ਜੇ ਸਰਕਾਰ ਦੇ ਹੱਥ ਇਸ ਤਰ੍ਹਾਂ ਦਾ ਅਸੀਂ ਕੋਈ ਕੁਹਾੜਾ ਦੇ ਦਿਆਂਗੇ ਤੇ ਉਹ ਜਦੋਂ ਚਾਹੇਗੀ ਗਿੱਟੇ ਛਾਂਗ ਦੇਗੀ ਕਲਾ। ਜੀ ਜੀ ਵਾਕਈ। ਅਗਲੀ ਗੱਲ ਕਰਦੇ ਆਮ ਆਦਮੀ ਪਾਰਟੀ ਕਹਿੰਦੇ ਖੋਲ੍ਹੇਗੀ ਕੈਪਟਨ ਦੀ ਗੱਦਾਰੀ ਦਾ ਕੱਚਾ ਚਿੱਠਾ, ਉਹਨਾਂ ਦੇ ਲੀਡਰਾਂ ਨੇ ਕੀਤਾ ਦਾਅਵਾ। ਹਾਂਜੀ ਦੇਖੋ ਇਹ ਮਸਲਾ ਵੀ ਕਾਫੀ ਜ਼ਿਆਦਾ ਗੁੰਝਲਦਾਰ ਆ। ਗੁੰਝਲਦਾਰ ਇਉਂ ਆ ਕਿ ਕੱਲ ਇੱਕ ਅਖਬਾਰ ਨੇ ਖਬਰ ਲਾ ਦਿੱਤੀ ਸੀਗੀ ਕਿ ਜੀ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ, ਕਿ ਉਹਦੇ ਵਿੱਚ ਇਹਨਾਂ ਨੇ ਮੰਨਿਆ ਕਿ ਜਿਹੜੀ ਇਸ ਵਾਰੀ ਪ੍ਰੋਕਿਊਰਮੈਂਟ ਹੋਈ ਆ ਝੋਨੇ ਦੀ ਉਹ ਨਵੇਂ ਕਾਨੂੰਨਾਂ ਦੇ ਤਹਿਤ ਹੀ ਹੋਊਗੀ। ਮਤਲਬ ਕਿ ਜਿਹੜਾ ਬਾਹਰੀ ਝੋਨਾ ਆਇਆ, ਤੁਹਾਨੂੰ ਯਾਦ ਹੋਣਾ ਆਪਾਂ ਬਹੁਤ ਵਾਰੀ ਉਹ ਖਬਰ ਕੀਤੀ ਹੈ ਕਿ ਉਹਨਾਂ ਦਾ ਟਾਰਗੇਟ ਸੀ, ਮਿੱਥਿਆ ਟਾਰਗੇਟ ਸੀ ਜਾਂ ਜਿਹੜੀ ਮਿੱਠੀ CCL ਸੀਗੀ ਉਹ ਵਧੇ ਆ। ਹੁਣ ਇਹ ਜਿਹੜੀ ਖਬਰ ਲੱਗੀ ਉਸ ਤੋਂ ਬਾਅਦ ਇੱਕ ਚੈਨਲ ਤੇ ਮੇਰੇ ਖਿਆਲ ਦੇ ਨਾਲ ਭਾਰਤ ਭੂਸ਼ਣ ਆਸ਼ੂ ਨੇ ਕਿਤੇ ਕਹਿ ਵੀ ਦਿੱਤਾ, ਮੈਂ ਪੁਸ਼ਟੀ ਨਹੀਂ ਕਰਦਾ, ਸੁਣਿਆ ਮੈਂ, ਤੇ ਵੈਸੇ ਮੇਰੀ ਵੀ ਗੱਲ ਹੋਈ ਸੀ ਪਰਸਨਲੀ, ਮੈਂ ਵੀ ਕੁਝ ਸਵਾਲ ਕੀਤੇ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਕਿਹਾ ਕਿ ਜੋ ਅਸੀਂ FIR ਦਰਜ ਕੀਤੀਆਂ ਸੀ ਉਹਨਾਂ ਨੂੰ ਵੀ ਚੈਲੰਜ ਹੋ ਗਿਆ ਹਾਈ ਕੋਰਟ ਦੇ ਵਿੱਚ
ਪਰ ਇਹ ਗੱਲ ਮੰਨੇ ਸੀਗੇ ਕਿ ਸਾਡੇ ਕੋਲ ਕੋਈ ਮੈਕੈਨਿਜ਼ਮ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਅਸੀਂ ਬਾਹਰੀ ਝੋਨੇ ਨੂੰ ਰੋਕ ਸਕੀਏ। ਹਾਲ ਦੀ ਘੜੀ ਪੋਰਟਲ ਵਗੈਰਾ ਸਾਡੇ ਕੋਲ ਕੁਛ ਨਹੀਂ ਸੀਗਾ ਤੇ ਪਰ ਅਸੀਂ ਅੱਗੇ ਰੋਕਣ ਦਾ ਯਤਨ ਕਰਾਂਗੇ। ਉਹਨਾਂ ਨੇ ਇੱਕ ਉੱਥੇ ਸਫਾਈ ਵੀ ਦਿੱਤੀ ਸੀ ਜਿਹੜੀ ਮੇਰੇ ਨਾਲ ਗੱਲਬਾਤ ਕੀਤੀ ਹੈ, ਪਰਟੀਕੂਲਰ ਮੈਂ ਉਹੀ ਦੱਸ ਰਿਹਾ ਕੋਟ ਕਰਕੇ ਕਿ ਦੇਖੋ ਜੀ ਇਸ ਵਾਰੀ ਜਿਹੜਾ ਝੋਨਾ ਜ਼ਿਆਦਾ ਵਧਿਆ, ਮਤਲਬ ਕਿ ਇਹਨਾਂ ਨੇ 170,000 ਮੀਟਰ ਟਨ ਦਾ ਦੱਸਿਆ ਸੀਗਾ, ਤਾਂ ਹੁਣ ਕਿੰਨਾ ਗਿਆ 2 ਲੱਖ ਮੀਟਰ ਟਨ। ਤਾਂ ਉਹ ਜਿਹੜਾ ਲਾ ਲਓ 30,000 ਮੀਟਰ ਟਨ ਦਾ ਫਰਕ ਪਿਆ, ਉਹਦਾ ਕਿਤੇ ਨਾ ਕਿਤੇ ਰੇਟ ਘਏ ਹੋਏ। ਕਹਿੰਦੇ ਜੀ ਕਿ ਦੇਖੋ ਝੋਨੇ ਵਾਲਾ ਰਕਬਾ ਵੱਧ ਗਿਆ, ਬਾਸਮਤੀ ਵਾਲਾ ਘਟ ਗਿਆ। ਮੇਰੇ ਕੋਲ ਇਹਨਾਂ ਨੇ ਇਹ ਦਲੀਲ ਦਿੱਤੀ। ਪਰ ਹੁਣ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਆ ਰਹੇ ਸੀਗੇ ਜਾਂ ਜਿਹੜੇ ਇਹਨਾਂ ਦੇ ਹੋਰ ਵਿਰੋਧੀ, ਉਹਨਾਂ ਨੇ ਗੱਲਾਂ ਇਹ ਚੁੱਕ ਲਈਆਂ ਕਿ ਹਾਂਜੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਫੇਰ ਸਫਾਈ ਦੇਣੀ ਪਈ। ਅੱਜ ਦਾ ਦਿਨ ਮੇਰੇ ਖਿਆਲ ਦੇ ਨਾਲ ਸਫਾਈਆਂ ਦਿੰਦੇ ਹੀ ਲੰਘ ਗਈਆਂ। ਇਸ ਮਾਮਲੇ 'ਚ ਵੀ ਸਫਾਈ, ਇਸ ਮਾਮਲੇ 'ਚ ਵੀ ਸਫਾਈ। ਕਹਿੰਦੇ ਕਿ ਨਹੀਂ ਜੀ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੈਂਦੇ ਲੰਮੇ ਅਸੀਂ, ਤਾਂ ਕਹਿੰਦੇ ਕਿ ਜੀ ਕੋਈ ਵੀ ਕਾਨੂੰਨ ਜਿਹੜਾ ਲਾਗੂ ਨਹੀਂ ਹੋਇਆ। ਇੱਥੋਂ ਤੱਕ ਕਿ ਅਖਬਾਰ ਦੀ ਵੀ ਕਾਫੀ ਆਲੋਚਨਾ ਕੀਤੀ ਗਈ, ਉਸ ਪੱਤਰਕਾਰ ਦੀ ਵੀ ਕਾਫੀ ਆਲੋਚਨਾ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਇਹਨਾਂ ਨੂੰ ਵੈਰੀਫਾਈਡ ਕਰਨਾ ਚਾਹੀਦਾ ਚੀਜ਼ਾਂ ਨੂੰ ਖਿਲਾਫ। ਹੁਣ ਦੇਖੋ ਪੱਤਰਕਾਰਾਂ ਕੋਲ ਦੋ ਹੀ ਸੋਰਸ ਹੁੰਦੇ ਆ, ਜਾਂ ਤਾਂ ਉਹ ਆਪ ਖੋਜ ਕਰਦੇ ਆ ਤਦ ਉਹਨਾਂ ਦੇ ਕੋਲ ਸਾਰੇ ਤੱਥ ਹੁੰਦੇ ਆ, ਉਹ ਉਸ ਚੀਜ਼ ਦੀ ਜ਼ਿੰਮੇਵਾਰੀ ਹੈ। ਤੇ ਜੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ, ਤਾਂ ਮੇਰੇ ਖਿਆਲ ਦੇ ਨਾਲ ਫਿਰ ਉੱਥੇ ਤਾਂ ਰਿਕਾਰਡਡ ਹੀ ਚੀਜ਼ ਹੁੰਦੀ ਆ ਪੱਤਰਕਾਰ ਦੇ ਕੋਲ, ਉਹ ਵੀਡੀਓ ਤੁਹਾਡੇ ਕੋਲ ਵੀ ਹੋਊਗੀ, ਉਹਦੇ ਕੋਲ ਵੀ ਹੋਊਗੀ, ਪਾ ਕੇ ਨਵੇੜਾ ਕੀਤਾ ਜਾ ਸਕਦਾ। ਉਸ ਪੱਤਰਕਾਰ ਵੱਲੋਂ ਪਾ ਦੇਣੀ ਚਾਹੀਦੀ ਹੈ ਵੀਡੀਓ ਜਿਹਦੇ ਵਿੱਚ ਇਹ ਮੰਨੇ ਆ। ਅਦਰਵਾਈਜ਼ ਜੇ ਤੁਸੀਂ ਦੇਖੋ, ਚਲੋ ਇਸ ਚੀਜ਼ ਨੂੰ ਇੱਥੇ ਛੱਡ ਦਿਓ, ਪੋਲੀਟੀਕਲੀ ਗੇਮ ਇੱਦਾਂ ਹੀ ਚੱਲਦੀ ਰਹਿੰਦੀ ਆ। ਤੇ ਨਵੇਂ ਕਾਨੂੰਨ ਤੇ ਖੁਦ ਮੰਨੇ ਆ, ਤੇ ਸਾਰੇ ਹੀ ਮੰਨੇ ਆ ਕਿ ਦੇਖੋ ਜਿਹੜਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਨਕਰੰਟ ਲਿਸਟ ਦੇ ਵਿੱਚ ਜਿਹੜਾ ਕਾਨੂੰਨ ਸੈਂਟਰ ਨੇ ਬਣਾ ਦਿੱਤਾ ਪ੍ਰਵੇਲ ਹੋਣਾ ਹੀ ਹੋਣਾ, ਜੋ ਮਰਜ਼ੀ ਕਰ ਉਹਨੂੰ ਸੁਪਰੀਮ ਕੋਰਟ ਹੀ ਰੋਕ ਸਕਦੀ ਹੈ। ਇਹ ਤਾਂ ਸਾਫ਼ ਹੀ ਹੈ। ਜੇ ਕੀਤੇ ਆ ਲਾਗੂ ਤੇ ਮੰਨ ਜਾਓ, ਅੱਗੇ ਅਰਵਿੰਦ ਕੇਜਰੀਵਾਲ ਵੀ ਕਰਕੇ ਤੇ ਮੁੜ ਕੇ ਉਹ ਸਾਰਾ ਨੋਟੀਫਾਈਡ ਵੀ ਹੋ ਗਿਆ, ਬਜਟ ਵੀ ਆ ਗਿਆ ਸਾਹਮਣੇ, ਕਹਿੰਦੇ ਨਹੀਂ ਜੀ ਗਲਤ ਫਹਿਮੀ ਹੈ, ਉਸ ਤੋਂ ਬਾਅਦ ਕੁਛ ਨਹੀਂ ਹੋਇਆ। ਸੋ ਕਹਿਣ ਦਾ ਮਤਲਬ ਕਿ ਜੇ ਹੋਇਆ ਤਾਂ ਤੁਸੀਂ ਚੱਜ ਨਾਲ ਦੱਸ ਦਿਓ, ਐਵੇਂ ਕਾਹਤੋਂ ਇਹ ਅਸੂੜੀ ਪਾਈ ਆ। ਪਰ ਜਿੱਥੋਂ ਤੱਕ ਤਰਕੇ ਦਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਬਾਸਮਤੀ ਦਾ ਰਕਬਾ ਘਟ ਗਿਆ। 2 ਰਿਪੋਰਟਾਂ ਮੈਂ ਕੱਲ ਕੱਢੀਆਂ ਸੀਗੀਆਂ, ਗ੍ਰੇਨ ਮਾਰਟ ਦੀ ਇੱਕ ਸੀਗੀ, ਬਹੁਤ ਵੱਡੀ ਖੋਜ ਸੀ ਉਹਨਾਂ ਦੀ। ਉਹਨਾਂ ਨੇ ਮਾਝੇ ਦਾ ਡਾਟਾ ਦਿੱਤਾ ਸੀਗਾ ਕਿ ਬਾਸਮਤੀ ਜਿਹੜੀ ਆ, ਮਤਲਬ ਕਿ ਪਿਛਲੇ ਸਾਲ, ਇਹ ਜੁਲਾਈ ਅਗਸਤ ਦੀਆਂ ਗੱਲਾਂ ਨੇ, ਜੁਲਾਈ ਅਗਸਤ ਦਾ ਡਾਟਾ ਪੇਸ਼ ਕਰ ਰਹੇ ਸੀਗੇ ਕਿ ਇਨਕਰੀਜ਼ਮੈਂਟ ਹੋਈ ਆ ਮਾਝੇ ਦੇ ਵਿੱਚ ਬਾਸਮਤੀ ਰਕਬੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ। ਕਹਿੰਦੇ ਕਿ ਪਿਛਲੀ ਮਰਤਬਾ 13 ਲੱਖ ਏਕੜ ਸੀ ਇੱਥੇ ਝੋਨੇ ਦੀ ਬਜਾਈ ਬਾਸਮਤੀ ਵਾਲੀ, ਕਿਉਂਕਿ ਬਾਸਮਤੀ MSP ਦੇ ਤਹਿਤ ਨਹੀਂ ਆਉਂਦੀ, ਇਹ ਗੱਲ ਨੋਟ ਕਰ ਲਿਓ। ਉਹ ਕਹਿੰਦੇ ਕਿ ਇਸ ਮਰਤਬਾ 14 ਲੱਖ ਏਕੜ ਹੋਈ ਆ। ਤੇ ਜੇ ਦੂਸਰੇ ਪਾਸੇ ਗੱਲ ਕਰੀਏ, ਸ਼ਾਇਦ ਇੰਡੀਅਨ ਐਕਸਪ੍ਰੈਸ ਦਾ ਇੱਕ ਡਾਟਾ ਸੀਗਾ, ਉਹਦੇ ਵਿੱਚ ਜ਼ਿਕਰ ਸੀਗਾ ਕਿ ਟੋਟਲ ਜਿਹੜੀ ਬਾਸਮਤੀ ਦੀ ਉਹ ਹੋਈ ਆ ਬਜਾਈ ਕਹਿ ਲਓ ਜਾਂ ਲਵਾਈ ਕਹਿ ਲਓ, ਤਾਂ ਉਹਦੇ ਵਿੱਚ ਕੀ ਆ ਕਿ 6.25 ਲੱਖ ਹੈਕਟੇਅਰ ਤੋਂ ਵੱਧ ਕੇ ਉਹ ਹੋ ਗਈ 6.5 ਲੱਖ ਹੈਕਟੇਅਰ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਕਹਿ ਰਹੇ ਸੀਗੇ, ਹਾਲਾਂਕਿ ਅਫੀਸ਼ੀਅਲ ਡਾਟਾ ਨਹੀਂ ਹੈ, ਸਰਕਾਰ ਦਾ ਡਾਟਾ ਨਹੀਂ ਮੇਰੇ ਕੋਲ, ਮੈਂ ਤੁਹਾਨੂੰ ਮੀਡੀਆ ਦਾ ਡਾਟਾ ਦੱਸਿਆ, ਉਹਦੇ ਆਪਾਂ ਬਿਨਾਂ ਤੇ ਗੱਲ ਕਰੀਏ ਤਾਂ ਇਹ ਕਹਿੰਦੇ ਆ ਕਿ ਬਾਸਮਤੀ ਵਾਲਾ ਜਿਹੜਾ ਏਰੀਆ ਜੀ, ਰਕਬਾ ਜੀ, ਉਹ ਘਟ ਗਿਆ, ਜਦ ਕਿ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਬਾਸਮਤੀ ਹੇਠਲਾ ਜਿਹੜਾ ਰਕਬਾ ਸੀ ਉਹ ਵੱਧ ਗਿਆ। ਇਹਦਾ ਮਤਲਬ ਕਿ ਝੋਨੇ ਦਾ ਜਿਹੜਾ ਉਤਪਾਦਨ ਸੀ ਉਹ ਘਟਣਾ ਚਾਹੀਦਾ ਸੀਗਾ। ਇਹਨਾਂ ਦਾ ਟੀਚਾ ਸੀ, ਜਿਵੇਂ ਮੈਂ ਤੁਹਾਨੂੰ ਕਿਹਾ 170 ਦਾ, ਤਾਂ ਹੋ ਗਿਆ 2 ਤੋਂ ਵੀ ਕ੍ਰਾਸ। ਤਾਂ ਇਹਦਾ ਮਤਲਬ ਇਹ ਹੋਇਆ ਕਿ ਝਾੜ ਜੇ ਮੰਨ ਵੀ ਲਈਏ ਪਿਛਲੀ ਮਰਤਬਾ ਲਾ ਲਓ ਕਿ 150,000 ਮੀਟਰ ਟਨ ਸੀਗਾ, 1.5 ਲੱਖ ਮੀਟਰ ਟਨ, ਸਮਝ ਗਏ ਤੁਸੀਂ। ਤਾਂ ਉਹ ਐਤਕੀ 10,000 ਮੀਟਰ ਟਨ ਐਕਸਟਰਾ ਲਾ ਲਓ ਕਿ ਉਤਪਾਦਨ ਵੱਧ ਗਿਆ ਹੋਊਗਾ। ਇੰਨਾ ਜ਼ਿਆਦਾ, ਇਹਦਾ ਮਤਲਬ ਇਹ ਹੋਇਆ ਕਿ ਝੋਨਾ ਬਹੁਤ ਜ਼ਿਆਦਾ ਹੈ। ਅਸਲ ਦੇ ਵਿੱਚ ਜਿਹੜੀ ਗੱਲ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਕੀਤੀ ਨਹੀਂ ਜਾ ਰਹੀ। ਚਰਚਾ ਕੀ ਹੋਣੀ ਚਾਹੀਦੀ ਹੈ, ਇਹਦੇ ਵਿੱਚੋਂ ਕੀ ਨਿਕਲਦਾ, ਕਨਕਲੂਜਨ ਕੀ ਨਿਕਲਦਾ ਕਿ ਦੇਖੋ ਮੰਨ ਲਓ ਜਿਵੇਂ ਹੁਣ ਕੁਛ ਲੋਕ ਇਹ ਕਹਿੰਦੇ ਆ ਕਿ ਜਿਵੇਂ ਚੱਲਦਾ ਕੰਮ, ਖਾਸ ਤੌਰ ਤੇ ਆਪਣੇ ਪੰਜਾਬੀ ਵੀ ਕੁਛ ਕਹਿੰਦੇ ਆ ਨਾ, ਕਿਉਂਕਿ ਲੋਕ ਅੱਕ ਜਾਂਦੇ ਆ ਕਿ ਯਾਰ ਜਿਵੇਂ ਚੱਲਦਾ ਕੰਮ, ਜੇ ਉਹ ਸੋਧਾ ਕਹਿੰਦੇ ਤਾਂ ਕਰਕੇ ਕੰਮ ਨਵੇੜੋ। ਪਰ ਉਹਦੇ 'ਚ ਹੁਣ ਤੁਹਾਨੂੰ ਇੱਕ ਸਮੱਸਿਆ ਆ ਜਾਏਗੀ ਕਿ ਜੇ ਵਨ ਨੇਸ਼ਨ ਵਨ ਮੰਡੀ ਕਿੱਦਾਂ ਬਰਕਰਾਰ ਰੱਖ ਦਿੱਤੀ ਜਾਂਦੀ ਹੈ ਆਫੀਸ਼ੀਅਲੀ, ਤਾਂ ਉਹਦੇ 'ਚ ਕੀ ਆ ਕਿ ਜਿੱਦਾਂ MSP ਮਿਲਦੀ, ਹਰਿਆਣੇ ਦਾ ਮੈਕੈਨਿਜ਼ਮ ਹੈ, ਕਿਉਂਕਿ ਉਦੋਂ ਉਹਨਾਂ ਨੇ ਬਣਾ ਲਿਆ ਸੀਗਾ ਇਹੋ ਜਿਹਾ ਮੈਕੈਨਿਜ਼ਮ ਹੈ ਉਹਨਾਂ ਦਾ ਕਿ ਕੋਈ ਬਾਹਰੀ ਕਿਸਾਨ ਆ ਕੇ ਉੱਥੇ ਆਪਣੀ ਫਸਲ ਜਿਹੜੀ ਆ ਨਹੀਂ ਵੇਚ ਸਕਦਾ, ਕਿਉਂਕਿ ਉੱਥੇ ਤੁਹਾਨੂੰ ਡਾਕੂਮੈਂਟ ਕਰਨੇ ਪੈਣਗੇ,
सबमिट करके दसना पऊगा इन्नी एकड़ मेरा रकबा सी, इन्ना उछाड़ आ, फिर उस तो बाद उन्नी प्रोक्योरमेंट करनगे ते बाकी जिहड़ी एक्स्ट्रा तुहाडी हो जाऊगी खुली मंडी तो इस तरह पंजाब दे कोल है नहीं। तो तुसीं सोचो कि कल्ला एक वाहिद सूबा बन जाएगा पंजाब जिथे MSP होएगी और जितना कोई मैकेनिज्म नहीं होएगा इन्हां चीज़ां नूं रोकण वास्ते। तो इहदा मतलब की होएगा कि जिवें ऐतकी होया कि साडी फसल जिहड़ी ਉਹ ਹਾਲੇ खेतां 'ਚ पई सी ते मंडियां 'ਚ ਉਹ टारगेट पूरा हो गया, इन्हां ने मंडियां बंद कर दित्तियां, रौला पै गया, किसान यूनियन वालियां ने फिर इन्हां ते दबाव बनाया, इन्हां ने फिर ਉਹ प्रोक्योरमेंट कीती। ਤਾਂ ਇਹਦਾ ਮਤਲਬ ਇਹ ਹੋਏਗਾ ਕਿ ਕੱਲ ਨੂੰ ਇਹ ਸੂਰਤ ਹਾਲ ਫਿਰ ਬਣ ਸਕਦੀ ਹੈ, ਬਹੁਤ ਜ਼ਿਆਦਾ ਫਸਲ ਇੱਥੇ ਡੰਪ ਹੋ ਜਾਏਗੀ, ਉਸ ਤੋਂ ਬਾਅਦ ਉਹ ਚੱਕੀ ਜਾਏਗੀ। ਤਾਂ ਹੋ ਸਕਦਾ ਕਿ ਜੇ ਮੰਨ ਲਓ ਸਾਡੀ ਇੱਥੇ ਕੋਈ ਸਿੱਲ ਸੁੱਲ ਆ, ਕੋਈ ਸਲਾਬ ਆ ਜ਼ਿਆਦਾ, ਕਿਸੇ ਕਾਰਨ ਕੋਈ ਮੌਸਮ ਜ਼ਿਆਦਾ ਹੋ ਗਿਆ, ਮੀਂਹ ਕਿਤੇ ਪੈ ਗਏ ਆ ਬੇਮੌਸਮੀ, ਤਾਂ ਫਿਰ ਉਸ ਸੂਰਤ ਵਿੱਚ ਪੰਜਾਬ ਦਾ ਕਿਸਾਨ ਜਿਹੜਾ ਉਹ ਖਰੀਦ ਚੋਂ ਬਾਹਰ ਹੋ ਜਾਏਗਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਜਦੋਂ ਵੀ ਹੁਣ ਚਰਚਾ ਕਰ ਰਹੇ ਆ ਸਿਆਸਤਦਾਨ ਸਾਡੇ, ਇਹ ਸੋਚਣੀਆਂ ਪੈਣਗੀਆਂ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਬੰਦਾਯੂ ਗੈਂਗ ਰੇਪ ਮਾਮਲੇ ਵਿੱਚ ਪੁਜਾਰੀ ਹਾਲੇ ਵੀ ਗ੍ਰਿਫਤਾਰੀ। ਦੇਖੋ ਇਹ ਵੀ ਨਿਰਭਇਆ ਕਾਂਡ ਵਰਗਾ ਹੀ ਆ, ਕਿਉਂਕਿ ਇੱਕ ਔਰਤ ਸੀਗੀ ਮੇਰੇ ਖਿਆਲ ਦੇ ਨਾਲ, ਉਹਦੀ ਏਜ ਜਿਹੜੀ ਸੀਗੀ 50 ਕੁ ਵਰੇ ਸੀ, ਉਹ ਪੂਜਾ ਕਰਨ ਵਾਸਤੇ ਨਿਕਲੀ ਸੀਗੀ ਤੇ ਮੰਦਿਰ ਦੇ ਮਹੰਤ ਨੇ, ਉਹਦੇ ਚੇਲੇ ਨੇ ਔਰ ਇਸ ਤੋਂ ਇਲਾਵਾ ਉਹਨਾਂ ਦਾ ਇੱਕ ਡਰਾਈਵਰ ਸੀਗਾ ਬਰਿੰਦਾ, ਇਹਨਾਂ ਤਿੰਨਿਆਂ ਨੇ ਰਲ ਕੇ ਉਹਦੀ ਨਾ ਸਿਰਫ ਪੱਤ ਰੋਲੀ ਬਲਕਿ ਉਹਨੂੰ ਬੇਰਹਿਮੀ ਨਾਲ ਕਤਲ ਕੀਤਾ। ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਰਾੜਾ ਰੂੜਾ ਪਾਈਆਂ ਗਈਆਂ, ਬਹੁਤ ਬੁਰੀ ਤਰ੍ਹਾਂ ਪੈਰ ਤੋੜ ਦਿੱਤੇ ਗਏ, ਫਿਫੜੇ ਤੱਕ ਸਾਰੇ ਟੁੱਟ ਗਏ, ਮਤਲਬ ਕਿ ਜਲੀ ਵੀ ਕਹਿ ਲਓ ਕਿ ਇੰਤਹਾ ਉਹਦੇ ਨਾਲ ਹੋਈ ਆ। ਔਰ ਉਸ ਤੋਂ ਬਾਅਦ ਹੁਣ ਮੇਰੇ ਖਿਆਲ ਦੇ ਨਾਲ ਜਿਹੜੀ ਖਬਰ ਆਈ ਹੈ ਸ਼ਾਮ ਤੱਕ ਦੀ, ਤਾਂ ਉਹਦੇ ਵਿੱਚ ਇਹੀ ਸੀਗਾ ਕਿ ਜਿਹੜਾ ਉਹ ਮਹੰਤ ਆ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਤੇ ਇਹ ਬਹੁਤ ਵੱਡੀ ਗੱਲ ਆ। ਵੈਸੇ ਤੇ ਅੱਗੇ ਤੁਹਾਨੂੰ ਪਤਾ ਹੀ ਹੈ ਜਦੋਂ ਹਾਥਰਸ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਤੇ ਉਹ ਕਿਵੇਂ ਇਹਨਾਂ ਨੇ ਫਿਲਮ ਕਮਾਈ ਸੀਗੀ, ਬੰਦੇ ਵੀ ਫੜ ਲਏ। ਇੱਕ ਤੇ ਮੇਰੇ ਖਿਆਲ ਦੇ ਨਾਲ ਕਪਨ ਸੀਗਾ ਕੇਰਲ ਵਾਲਾ, ਕਿ ਜੀ ਸਰਕਾਰ ਨੂੰ ਬਦਨਾਮ ਕਰਨਾ ਸੀ, ਹਾਲਾਂਕਿ ਉਹ ਪੱਤਰਕਾਰ ਸੀਗਾ ਕੇਰਲ ਤੋਂ। ਮਤਲਬ ਕਿ ਵਿਦੇਸ਼ਾਂ ਤੋਂ ਵੀ ਸਾਜ਼ਿਸ਼ ਹੁੰਦੀ, ਉਲਟਾ ਇੱਕ ਨਵਾਂ ਇਹ ਕਰ ਦਿੰਦੇ ਆ ਘਾੜਤਾ ਕਿ ਦੇਖੋ ਜੀ ਸਾਨੂੰ ਬਦਨਾਮ ਕਰਨ ਦਾ ਹੀ ਹੈ। ਤੇ ਹੁਣ ਕੁਛ ਲੋਕ ਸਵਾਲ ਕਰ ਰਹੇ ਕਿ ਕੀ ਇਸ ਬੀਬੀ ਨੂੰ ਵੀ ਕਹਿ ਦੋਗੇ ਕਿ ਸਰਕਾਰ ਨੂੰ ਬਦਨਾਮ ਕਰਨ ਵਿਦੇਸ਼ ਤੋਂ ਆਈ ਸੀ? ਤੁਹਾਡਾ ਬੇੜਾ ਕਰਜੇ ਤੁਹਾਡਾ ਕਿ ਤੁਸੀਂ ਕਿਸੇ ਪਾਸੇ ਤੁਹਾਡੇ ਯੋਗੀ ਆਦਿੱਤਿਆਨਾਥ ਉਹ ਸ਼ਖਸ ਆ ਜਿਹਦੀ ਸਰਕਾਰ ਦੇ ਵਿੱਚ ਬੂਟ ਵੇਚਣ ਵਾਲਾ ਬੰਦਾ ਚੱਕ ਲਿਆ ਜਾਂਦਾ, ਕਿਉਂਕਿ ਬੂਟ ਤੇ ਠਾਕਰ ਕੰਪਨੀ ਦਾ ਜ਼ਿਕਰ ਆ, ਜਦਕਿ ਠਾਕਰ ਫੁੱਟਵੇਅਰ ਬਹੁਤ ਲੰਮੇ ਸਮੇਂ ਤੋਂ ਫੁੱਟਵੇਅਰ ਬਣਾ ਰਹੀ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਵਾਪਰਦੀਆਂ। ਔਰ ਕਮਾਲ ਦੀ ਗੱਲ ਆ ਕਿ ਮੀਡੀਆ ਦਾ ਹਿੱਸਾ ਜਿਹੜਾ ਖਾਸ ਤੌਰ ਤੇ ਇਹਨਾਂ ਦੇ ਪੱਖੀ ਦਾ ਹਿੱਸਾ ਬਿਲਕੁਲ ਖਾਮੋਸ਼ ਆ। ਤੇ ਜੇ ਮੰਨ ਲਓ ਰਾਜਸਥਾਨ 'ਚ ਘਟਨਾ ਵਾਪਰਦੀ ਹੈ, ਯੂਪੀ 'ਚ ਵੀ ਵਾਪਰੀ ਘਟਨਾ, ਪਾਰਟੀਕੂਲਰ ਘਟਨਾਵਾਂ ਨੂੰ ਲੈ ਕੇ ਕਿੰਨੀ ਜ਼ਿਆਦਾ ਇਹਨਾਂ ਦੀਆਂ ਬੀਬੀਆਂ ਉੱਥੇ ਰਿਪੋਰਟਰਾਂ ਜਾ ਕੇ ਬਹਿ ਗਈਆਂ ਸੀ ਧਰਨਿਆਂ ਤੇ, ਫਲਾਂ ਗੱਲਾਂ ਕਰਕੇ। ਅੱਜ ਦੀ ਤਰੀਕ ਦੇ ਵਿੱਚ ਸਾਰੇ ਖਾਮੋਸ਼ ਚੁੱਪ ਹੀ ਕਰਦੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। RNH ਟਰੱਕਿੰਗ ਮਡੇਰਾ ਵਾਲਿਆਂ ਨੂੰ ਇਸ ਮੌਕੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕੋਰਡ ਹੋਵੇ।